ਰਾਗ ਬਿਲਾਵਲ ਬਿਲਾਵਲ ਰਾਗ ਦੇ ਅੰਦਰ ਪਾਵਨ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਦਾ ਸੁਰ ਤਾਲ ਦੇ 13ਵੇਂ ਘਰ ਦੇ ਅੰਦਰ ਗਾਇਨ ਕੀਤਾ ਗਿਆ। ਪੜਤਾਲ ਤਾਲ ਜੋ ਤਬਲਾ ਵੱਜਦਾ ਹੈ ਉਸ ਨੂੰ ਤਾਲ ਆਖਿਆ ਜਾਂਦਾ ਹੈ ਤੇ ਜੋ ਹਾਰਮੋਨੀਅਮ ਵੱਜਦਾ ਹੈ ਇਸ ਨੂੰ ਸੁਰ ਆਖਿਆ ਜਾਂਦਾ ਹੈ। ਸੁਰ ਤਾਲ ਸੁਰ ਤੇ ਤਾਲ ਜਦੋਂ ਇੱਕ ਲੈਅ ਦੇ ਵਿੱਚ ਉੱਠਦੇ ਨੇ ਤੇ ਫਿਰ ਇਹਨਾਂ ਦੀ ਇਸ ਲੈਅ ਤੋਂ ਰਾਗ ਉਤਪੰਨ ਹੁੰਦਾ ਹੈ, ਰਾਗ ਦੀ ਸੋਝੀ ਹੁੰਦੀ ਹੈ। ਇਸ ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਮਹਾਰਾਜ ਜੀ ਨੇ ਜੋ ਤਾਲ ਹੈ ਪੜ੍ਹ ਤਾਲ ਉਸ ਨੂੰ ਪਰਤ ਕੇ ਲਾਉਣ ਦਾ ਆਦੇਸ਼ ਕੀਤਾ ਹੈ। ਇਹ ਅੱਗੇ ਆਵੇਗਾ ਤੇ ਇਹਨੂੰ ਪਰਤ ਕੇ ਕਿਵੇਂ ਲਾਇਆ ਹੈ, ਸੱਚੇ ਸਤਿਗੁਰ ਕਿਰਪਾ ਕਰਨਗੇ, ਸੋਝੀ ਬਖਸ਼ਣਗੇ। ਆਪਾਂ ਉਹ ਵੀ ਯਤਨ ਕਰਾਂਗੇ ਕਿ ਗੱਲ ਦੀ ਸਮਝ ਆ ਜਾਵੇ। ਇਹ ਪਾਵਨ ਸ਼ਬਦ ਦਾ ਧੰਨ ਗੁਰੂ ਮਹਾਰਾਜ ਜੀ ਉਚਾਰਨ ਤੋਂ ਪਹਿਲਾਂ ਵਸਤੂ ਨਿਰਦੇਸ਼ਕ ਮੰਗਲਾ ਚਰਨ ਕਰਦੇ ਹਨ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਕਾ ਪ੍ਰਕਾਸ਼ਕ ਸਤ ਸਰੂਪ ਹੈ, ਚੇਤਨ ਸਰੂਪ ਹੈ, ਆਨੰਦ ਸਰੂਪ ਹੈ। ਇਹ ਉਸ ਦੇ ਗੁਣ ਨੇ, ਇਹ ਉਹਦੇ ਵਿੱਚ ਹੀ ਗੁਣ ਨੇ। ਮਨੁੱਖ ਦੇ ਵਿੱਚ ਹੋਰ ਕਿਸੇ ਦੇ ਵਿੱਚ ਇਹ ਗੁਣ ਨਹੀਂ। ਅਸੀਂ ਨਾਸਵਾਨ ਹਾਂ, ਅਸੀਂ ਅਚੇਤ ਵੀ ਹੋ ਜਾਂਦੇ ਹਾਂ ਤੇ ਆਨੰਦ ਦੇ ਉਲਟ ਅਸੀਂ ਸੋਗ ਦੇ ਵਿੱਚ ਵੀ ਚਲੇ ਜਾਂਦੇ ਹਾਂ। ਧੰਨ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੇ ਵਿੱਚ ਇੱਕ ਓਂਕਾਰ ਦੀ ਵਡਿਆਈ ਕਰਦੇ ਹੋਇਆਂ ਦਰਜ ਕੀਤਾ ਹੈ। ਸਤ ਸੁਹਾਨ ਸਦਾ ਮਨ ਚਾਉ ਸਤ, ਨਾਸ ਤੋਂ ਰਹਿਤ ਹੈ ਸੁਹਾਨ, ਸਭ ਤੋਂ ਸੁੰਦਰ ਹੈ। ਸਦਾ ਮਨ ਚਾਉ ਤੇ ਸਦਾ ਮਨ ਦੇ ਵਿੱਚ ਚਾਅ ਬਣਿਆ ਰਹਿੰਦਾ, ਭਾਵ ਆਨੰਦ ਦੇ ਵਿੱਚ ਰਹਿੰਦਾ ਹੈ। ਜਾਪ ਸਾਹਿਬ ਦੇ ਵਿੱਚ ਧੰਨ ਗੁਰੂ 10ਵੇਂ ਪਾਤਸ਼ਾਹ ਨੇ ਇਹਨੂੰ ਸੱਚ ਦਾ ਆਨੰਦ ਆਖਿਆ। ਸੱਚ ਦਾ ਆਨੰਦ, ਸੱਚ ਦਾ ਆਨੰਦ, ਸਤ ਚਿੱਤ ਆਨੰਦ, ਇਹ ਤਿੰਨ ਸ਼ਬਦਾਂ ਤੋਂ ਸੱਚ ਦਾ ਆਨੰਦ ਬਣਦਾ ਹੈ। ਸੱਚ ਦੇ ਵਿੱਚ ਰਹਿੰਦਾ ਹੈ, ਚੇਤਨ ਦੇ ਵਿੱਚ ਰਹਿੰਦਾ ਹੈ ਤੇ ਆਨੰਦ ਦੇ ਵਿੱਚ ਰਹਿੰਦਾ ਹੈ। ਇਹਨੂੰ ਫਿਰ ਆਖ ਦਿੰਦੇ ਨੇ ਵਾਹਿਦ, ਇੱਕ ਉਹ ਵਾਹਿਦ ਦੇ ਭਾਵ ਉਹਦੇ ਵਰਗਾ ਉਹੀ ਹੈ, ਹੋਰ ਕੋਈ ਨਹੀਂ। ਤੇ ਉਹ ਹੈ ਕੌਣ? ਫਿਰ ਗੁਰੂ ਨਾਨਕ ਦੇਵ ਜੀ ਦੱਸਦੇ ਨੇ ਓੰਕਾਰ, ਜਿਹਨੇ ਸਾਰਿਆਂ ਨੂੰ ਪੈਦਾ ਕੀਤਾ ਹੈ, ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਜਿਹੜਾ ਸਾਰਿਆਂ ਨੂੰ ਪ੍ਰਕਾਸ਼ ਕਰ ਰਿਹਾ, ਸਾਰਿਆਂ ਦੀ ਪਦੈਸ਼ ਸਾਰੀ ਰਚਨਾ ਜਿਸ ਤੋਂ ਹੋਈ ਹੈ ਉਹ ਵਾਹਿਦ ਹੈ, ਸਤ ਚਿਤ ਆਨੰਦ ਹੈ। ਤੇ ਪ੍ਰਾਪਤੀ ਦਾ ਜਿਹੜਾ ਸਾਧਨ ਹੈ ਇਹ ਗੁਰੂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪਾਵਨ ਗੁਰੂ ਨੇ, ਇਹ ਸਾਨੂੰ ਹਰ ਰੋਜ਼ ਗਿਆਨ ਦੀ ਦਾਤ ਬਖਸ਼ਿਸ਼ ਕਰਦੇ ਨੇ। ਇਸ ਗਿਆਨ ਦੇ ਆਧਾਰ ਤੇ ਉਸ ਅਦੁੱਤੀ ਪ੍ਰੇਮ ਦੀ ਪ੍ਰਾਪਤੀ ਹੁੰਦੀ ਹੈ ਜੀ। ਮੋਹਨ ਨੀਂਦ ਨ ਆਵੈ ਹਾਵੈ, ਹਾਰ ਕਜਰ ਬਸਤਰ ਅਭਰਨ ਕੀਨੇ। ਮੋਹਨ, ਮੋਹ ਹਣ, ਹਣ ਦਾ ਅਰਥ ਹੁੰਦਾ ਨਾਸ ਕਰਨਾ, ਮੋਹ, ਮੋਹ ਦਾ ਨਾਸ ਕਰਨ ਵਾਲਾ ਤੇ ਸਾਡੇ ਮਨ ਨੂੰ ਮੋਹ ਲੈਣ ਵਾਲਾ। ਨੀਂਦ ਨਾ ਆਵੇ, ਨੀਂਦ ਦਾ ਨਾ ਆਉਣਾ, ਆਵੇ ਠੰਡੇ ਹੋ ਕੇ ਆਉਣੇ। ਇਹ ਮਨੁੱਖਾ ਸਰੀਰ ਦੇ ਵਿੱਚ ਕੁਝ ਨਿਸ਼ਾਨੀਆਂ ਨੇ ਜਿਨ੍ਹਾਂ ਤੋਂ ਇਹ ਪਤਾ ਲੱਗਦਾ ਹੈ ਵੀ ਇਸ ਦੇ ਅੰਦਰ ਪਰਮਾਤਮਾ ਦਾ ਵਿਰਾਗ ਆ ਗਿਆ। ਜਿਸ ਮਨੁੱਖ ਨੂੰ ਪਰਮਾਤਮਾ ਦਾ ਵਿਰਾਗ ਹੋ ਜਾਂਦਾ ਹੈ, ਜੋ ਉਸ ਦੀ ਪ੍ਰਾਪਤੀ ਦੇ ਲਈ ਵਿਰਾਗ ਦੇ ਵਿੱਚ ਚਲਾ ਜਾਂਦਾ ਹੈ, ਵਿਰਾਗ ਦੀ ਅਵਸਥਾ ਆਉਂਦੀ ਹੈ, ਉਹਦੀਆਂ ਇਹ ਨਿਸ਼ਾਨੀਆਂ ਨੇ। ਨੀਂਦ ਨਾ ਆਵੇ, ਉਹ ਉਸ ਪਰਮਾਤਮਾ ਦੇ ਸਿਮਰਨ ਦੇ ਵਿੱਚ ਫਿਰ ਨੀਂਦ ਜਿਹੜੀ ਇਹ ਘਟਾ ਬਹਿੰਦਾ ਹੈ। ਹਾਵੇ, ਹਾਵੇ ਕਹਿੰਦੇ ਨੇ ਠੰਡੇ ਹੋ ਕੇ ਉਹਨੂੰ। ਜੇ ਕਿਸੇ ਨੇ ਬੱਚਾ ਦੁੱਖ ਦੇ ਵਿੱਚ ਰੋਂਦਾ ਹੋਇਆ ਵੇਖਿਆ ਹੋਵੇ ਤੇ ਉਹ ਬੜੇ ਹਟਕੋੜੇ ਲੈ ਕੇ ਰੋਂਦਾ ਹੈ। ਇਹ ਸਵਾਸਾਂ ਦੀ ਕਿਰਿਆ ਹੈ। ਜਦੋਂ ਸਹਿਜ ਦੇ ਨਾਲ ਚੱਲਦੀ ਏ
ਸੰਤੁਲਨ ਦੇ ਨਾਲ ਚੱਲਦੀ ਹੈ ਤੇ ਫਿਰ ਇਹਦੇ ਵਿੱਚ ਕੋਈ ਅੜਚਨ ਨਹੀਂ ਆਉਂਦੀ। ਜਦੋਂ ਇਹ ਸਹਿਜ ਦੇ ਵਿੱਚ ਨਹੀਂ ਚੱਲਦੀ, ਉਲਝਣ ਦੇ ਵਿੱਚ ਚੱਲਦੀ ਹੈ, ਤੇ ਫਿਰ ਜਦੋਂ ਸਵਾਸ ਅੰਦਰ ਜਾਂਦਾ ਹੈ ਫਿਰ ਰੁਕ ਰੁਕ ਕੇ ਆਉਂਦਾ ਹੈ, ਹਟਕੋਰੇ ਜੇ ਆਉਣ ਲੱਗ ਜਾਂਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਜਿਹੜੇ ਗੁਰੂ ਸਵਾਰਿਆਂ ਨੂੰ ਉਸ ਪ੍ਰਭੂ ਪਰਮਾਤਮਾ ਦਾ ਵਿਰਾਗ ਹੋ ਗਿਆ, ਉਸ ਦੀ ਪ੍ਰਾਪਤੀ ਦੇ ਲਈ ਵਿਰਾਗ ਦੇ ਜੀਵਨ ਦੇ ਵਿੱਚ ਚਲੇ ਜਾਂਦੇ ਨੇ। ਉਹਨਾਂ ਦੀ ਇਹ ਹਾਲਤ ਹੋ ਜਾਂਦੀ ਹੈ, ਉਹਨਾਂ ਦਾ ਮਨ ਹੈ ਜਿਹੜਾ ਪ੍ਰਭੂ ਪਰਮਾਤਮਾ ਨੇ ਮੋਹ ਲਿਆ, ਜਾਂ ਮਨ ਦੇ ਵਿੱਚੋਂ ਮੋਹ ਜਿਹੜਾ ਸੰਸਾਰ ਦਾ ਉਹ ਪਰਮਾਤਮਾ ਨੇ ਨਾਸ਼ ਕਰ ਦਿੱਤਾ ਹੈ। ਫਿਰ ਉਹ ਜਿਹੜੀ ਨੀਂਦ ਹੈ ਇਹ ਬੜੀ ਘਟਾ ਲੈਂਦੇ ਨੇ, ਬੜੀ ਘੱਟ ਨੀਂਦ ਆਉਂਦੀ ਹੈ ਤੇ ਉਹਨਾਂ ਨੂੰ ਠੰਡੇ ਹੋ ਕੇ ਆਉਣ ਲੱਗ ਜਾਂਦੇ ਨੇ। ਹਾਰ ਜਿਹੜੇ ਸੁਆਸ ਨੇ ਇਹਨਾਂ ਦਾ ਧਾਗਾ ਬਣਾ ਕੇ ਵਾਹਿਗੁਰੂ ਮਨਕੀਆਂ ਨੂੰ ਇਸ ਸੁਆਸਾਂ ਰੂਪੀ ਧਾਗੇ ਦੇ ਵਿੱਚ ਪਰੋ ਕੇ ਹਾਰ ਬਣਾ ਲੈਂਦੇ ਨੇ। ਕੱਜਰ ਕਹਿੰਦੇ ਨੇ ਸੁਰਮੇ ਨੂੰ, ਗਿਆਨ ਦਾ ਸੁਰਮਾ ਨੇਤਰਾਂ ਦੇ ਵਿੱਚ ਹੁੰਦਾ। ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਬਨਾਸ। ਗਿਆਨ ਦਾ ਸੁਰਮਾ ਗੁਰੂ ਦੇ ਦਰ ਤੋਂ ਪ੍ਰਾਪਤ ਹੋ ਜਾਂਦਾ ਹੈ। ਵਸਤਰ ਨਿਤਨੇਮ ਦਾ ਵਸਤਰ ਧਾਰਨ ਕਰ ਲੈਂਦੇ ਨੇ। ਅਭਰਨ ਦਾ ਅਰਥ ਹੁੰਦਾ ਧਾਰਨ ਕਰਨਾ। ਇਹ ਚੀਜ਼ਾਂ ਫਿਰ ਉਹ ਆਪਣੇ ਜੀਵਨ ਦੇ ਵਿੱਚ ਧਾਰਨ ਕਰਦੇ ਨੇ। ਕੀਨੀ ਕਹਿਣ ਤੋਂ ਭਾਵ ਉਹਨਾਂ ਦਾ ਕੋਈ ਵੀ ਸੁਆਸ ਇਸ ਤਰ੍ਹਾਂ ਦਾ ਨਹੀਂ ਹੁੰਦਾ ਜਿਹੜੇ ਸੁਆਸ ਦੇ ਵਿੱਚ ਵਾਹਿਗੁਰੂ ਨਾ ਆਖਿਆ ਜਾਵੇ। ਉਹਨਾਂ ਦੀਆਂ ਨੇਤਰਾਂ ਦੇ ਵਿੱਚ ਕੇਵਲ ਤੇ ਕੇਵਲ ਰੱਬ ਦਾ, ਪਰਮਾਤਮਾ ਦਾ, ਵਾਹਿਗੁਰੂ ਦਾ ਪ੍ਰਾਪਤੀ ਵਾਲਾ ਗਿਆਨ ਹੁੰਦਾ ਹੈ। ਉਹ ਨਿਤਨੇਮੀ ਹੋ ਜਾਂਦੇ ਨੇ। ਇਹ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਿਆ ਤੇ ਇਹ ਹੋਣਾ ਵੀ ਜ਼ਰੂਰੀ ਚਾਹੀਦਾ ਹੈ। ਭਗਤ ਹੋਏ ਨੇ, ਵਿਦਵਾਨ ਹੋਏ ਨੇ, ਗੁਰਬਾਣੀ ਵੀ ਹਵਾਲਾ ਦੱਸਦੀ ਏ। ਇਹਨਾਂ ਹਾਲਤਾਂ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ। ਪ੍ਰੇਮ ਸੋ ਨੀਰ ਬਹੇ ਜਸ ਗਾਵਤ ਜਾਵਤ। ਗੁਰਸਿੱਖ ਜਿਹੜਾ ਇਹ ਆਪਣੇ ਗੁਰੂ ਦਾ ਜਸ ਗਾਉਂਦਾ ਹੋਇਆ ਇਸ ਜੀਵਨ ਨੂੰ ਬਤੀਤ ਕਰਦਾ ਰਵੇ ਤੇ ਨੇਤਰਾਂ ਦੇ ਵਿੱਚੋਂ ਪਰਮਾਤਮਾ ਦੇ ਪ੍ਰੇਮ ਦਾ ਵਿਰਾਗ ਦਾ ਨੀਰ ਜਿਹੜਾ ਇਹ ਵਹਿੰਦਾ ਰਵੇ। ਪ੍ਰੇਮ ਸੋ ਨੀਰ ਬਹੇ ਜਸ ਗਾਵਤ ਜਾਵਤ। ਜਿਵੇਂ ਜਿਵੇਂ ਜ਼ਿੰਦਗੀ ਨੂੰ ਬਤੀਤ ਕਰ ਰਹੀ ਹੈ ਨਾ, ਗੁਜ਼ਰ ਰਹੀ ਹੈ ਜ਼ਿੰਦਗੀ, ਉਵੇਂ ਉਵੇਂ ਨੇਤਰਾਂ ਦੇ ਵਿੱਚੋਂ ਪ੍ਰਭੂ ਪਰਮਾਤਮਾ ਦੇ ਵਿਰਾਗ ਦਾ, ਉਸ ਦੇ ਪ੍ਰੇਮ ਦਾ ਨੀਰ ਜਿਹੜਾ ਜਸ ਗਾਉਂਦਿਆਂ ਹੋਇਆਂ ਇਹ ਚੱਲ ਪਵੇ। ਦੇਵ ਚਲੇ ਸਭ ਅੰਗਾ। ਤੇ ਜਿਤਨੇ ਵੀ ਸਰੀਰ ਦੇ ਅੰਗ ਨੇ ਇਹ ਦੇਵਤੇ ਬਣ ਜਾਣ, ਭਾਵ ਸ਼ੁੱਧ ਤੇ ਪਵਿੱਤਰ ਹੋ ਜਾਣ। ਕਦੀ ਵੀ ਇਹਨਾਂ ਸਰੀਰ ਦੇ ਅੰਗਾਂ ਦੇ ਨਾਲ ਮਾੜਾ ਕੰਮ ਨਾ ਹੋਵੇ। ਕਹਿ ਖਗ ਗਹੇ ਰਨ ਮਹਿ ਭਿੜੇ। ਜੇ ਇਸ ਤਰ੍ਹਾਂ ਦਾ ਵਿਰਾਗ ਵਾਲਾ ਜੀਵਨ ਨਹੀਂ ਬਤੀਤ ਕਰ ਜਾਂਦਾ ਤੇ ਫਿਰ ਇਹ ਸਿਪਾਹੀ ਬਣ ਜਾਵੇ, ਸੰਤ ਸਿਪਾਹੀ। ਜੇ ਸੰਤ ਬਣਨਾ ਹੈ ਤੇ ਫਿਰ ਪ੍ਰਭੂ ਪਰਮਾਤਮਾ ਦਾ ਜਸ ਗਾਇਨ ਕਰਦਿਆਂ ਕਰਦਿਆਂ ਨੇਤਰਾਂ ਦੇ ਵਿੱਚੋਂ ਉਸ ਦੇ ਵਿਰਾਗ ਦਾ, ਵਿਛੋੜੇ ਦਾ, ਪ੍ਰੇਮ ਦਾ ਜਿਹੜਾ ਜਲ ਇਹ ਵਹਿ ਤੁਰੇ। ਜੇ ਨਹੀਂ ਤੇ ਫਿਰ ਕਹਿ ਖਗ ਕਹੇ ਰਨ ਮਹਿ ਭਿੜੈ ਸਤਰੂ ਸੋ। ਫਿਰ ਇਸ ਤਰ੍ਹਾਂ ਕਰੇ, ਤਲਵਾਰ ਪਕੜ ਲਵੇ ਤੇ ਮੈਦਾਨੇ ਜੰਗ ਦੇ ਵਿੱਚ ਧਰਮ ਯੋਧਾ ਮੋਰਚਾ ਲਾ ਕੇ ਤੇ ਵੈਰੀ ਦੇ ਨਾਲ ਭਿੜ ਪਵੇ। ਕਾਵ ਚਲੇ ਅਰਦੰਗਾ। ਸਰੀਰ ਦੇ ਉੱਤੇ ਘਾਵ ਨੇ ਜਿਹੜੇ ਇਹ ਸਹਾਰਦਾ ਰਵੇ ਤੇ ਇਹਨਾਂ ਦੇ ਵਿੱਚੋਂ ਖੂਨ ਵਹਿ ਤੁਰੇ। ਸਰੀਰ ਦੇ ਜਿਹੜੇ ਘਾਵ ਨੇ ਉਹਨਾਂ ਵਿੱਚੋਂ ਖੂਨ ਵਹਿ ਤੁਰੇ। ਜਾਂ ਤਾਂ ਨੇਤਰਾਂ ਦੇ ਵਿੱਚੋਂ ਜਲ ਵਹਿ ਤੁਰੇ ਤੇ ਜਾਂ ਫਿਰ ਸਰੀਰ ਦੇ ਵਿੱਚੋਂ ਖੂਨ ਵਹਿ ਤੁਰੇ। ਇਹਨਾਂ ਦੋਹਾਂ ਦੇ ਵਿੱਚੋਂ ਇੱਕ ਕੰਮ ਹੈ ਜਿਹੜਾ ਇਹ ਜ਼ਰੂਰ ਹੋ ਜਾਵੇ, ਜਾਂ ਸੰਤ ਬਣ ਜਾਵੇ ਜਾਂ ਸਿਪਾਹੀ ਬਣ ਜਾਵੇ। ਜੇ ਸੰਤ ਸਿਪਾਹੀ ਬਣ ਜਾਵੇ ਤੇ ਫਿਰ ਤਾਂ ਅੰਤ ਹੀ ਕੋਈ ਨਹੀਂ। ਪੂਤ ਜਨਮੇ ਜਨਮੀ ਜਨਨੀ। ਇਹ ਮਾਂ ਵਿਦ ਦੋਏ ਪੂਤ ਜਨਮੇ ਜਨਨੀ। ਇਹ ਦੋ ਵਿਦ ਦੇ ਪੁੱਤਰ ਨੇ ਨਾ ਜਿਹੜੇ, ਇਹਨਾਂ ਨੂੰ ਤੂੰ ਜਨਮ ਦੇ। ਜਾਂ ਤਾਂ ਪਰਮਾਤਮਾ ਦਾ ਜਸ ਗਾਇਨ ਕਰਨ ਵਾਲਾ ਹੋਵੇ, ਪ੍ਰਭੂ ਪਰਮਾਤਮਾ ਦੇ ਵਿਰਾਗ ਦੇ ਵਿੱਚ ਰਹਿਣ ਵਾਲਾ ਹੋਵੇ, ਉਸ ਦੀ ਪ੍ਰਾਪਤੀ ਵਾਲਾ ਹੋਵੇ, ਤੇ ਜਾਂ ਫਿਰ
ਸੂਰਬੀਰ ਯੋਧਿਆਂ ਦੀ ਤਰ੍ਹਾਂ ਜਿਵੇਂ ਸਿੱਖ ਸ਼ਹੀਦੀਆਂ ਪਾਉਂਦੇ ਆਏ ਨੇ, ਹੱਥ ਦੇ ਵਿੱਚ ਖੜਗ ਹੋਵੇ, ਖੰਡਾ ਹੋਵੇ ਤੇ ਮੈਦਾਨੇ ਜੱਗ ਦੇ ਵਿੱਚ ਸਰੀਰ ਜਿਹੜਾ ਇਹਦੇ ਤੇ ਘਾਵ ਸਾਰਦਾ ਹੋਇਆ, ਖੂਨ ਵਹਿੰਦਾ ਹੋਇਆ ਤੇ ਇਸ ਸਰੀਰ ਨੂੰ ਤਿਆਗ ਜਾਵੇ। ਵਿਦ ਦੋਏ ਪੂਤ ਜਨਮੇ ਜਨਨੀ ਏ ਮਾਂ। ਇਹ ਦੋ ਹੀ ਤਰੀਕੇ ਨੇ, ਭਾਵ ਇਹ ਦੋ ਤਰ੍ਹਾਂ ਦੇ ਪੁੱਤਰ ਨੇ, ਇਹਨਾਂ ਨੂੰ ਤੂੰ ਜਨਮ ਕਾਹੇ ਨੂਰ ਜਨਮੇ। ਕੀਟ ਪਤੰਗਾ, ਕੀੜੇ ਤੇ ਮਕੌੜੇ ਤਾਂ ਫਿਰ ਬੜੇ ਤੁਰੇ ਫਿਰਦੇ ਨੇ। ਕੀਟ ਪਤੰਗਾ ਦਾ ਅਰਥ ਹੁੰਦਾ ਕੀੜੇ ਤੇ ਮਕੌੜੇ। ਹੁਣ ਢਿੱਡ ਭਰਨ ਦੇ ਲਈ ਕੀੜੇ ਮਕੌੜੇ ਨੇ ਜਿਹੜੇ, ਇਹ ਬੜੇ ਤੁਰੇ ਫਿਰਦੇ ਨੇ। ਇਹ ਹੋਰ ਦੋਹਰਾ ਹੈ, ਉਹ ਪੜ੍ਹ ਕੇ ਫਿਰ ਆਪਾਂ ਅੱਗੇ ਚੱਲਾਂਗੇ। ਜਨਨੀ ਜਨੇ ਤੋਂ ਭਗਤ ਜਨ, ਕਹਿ ਦਾਤਾ ਕਹਿ ਸੂਰ। ਜਨਨੀ ਜਨੇ ਤੋਂ ਭਗਤ ਜਨ, ਇਹਨੇ ਤਿੰਨ ਆਖੇ ਨੇ। ਜਨਨੀ ਜਨੇ ਤੋਂ ਭਗਤ ਜਨ, ਜਾਂ ਤਾਂ ਭਗਤੀ ਕਰਨ ਵਾਲਾ ਭਗਤ ਹੋਵੇ, ਕਹਿ ਦਾਤਾ ਤੇ ਜਾਂ ਫਿਰ ਉਹ ਦਾਨੀ ਹੋਵੇ, ਕਹਿ ਸੂਰ ਤੇ ਜਾਂ ਫਿਰ ਉਹ ਸੂਰਬੀਰ ਹੋਵੇ। ਇਹ ਤਿੰਨ ਹੋਣ। ਜਨਨੀ ਜਨੇ ਤੋਂ ਭਗਤ ਜਨ, ਕਹਿ ਦਾਤਾ ਕਹਿ ਸੂਰ। ਨਹੀਂ ਤੋ ਜਨਨੀ ਬਾਂਝ ਰਹੇ। ਬਾਂਝ ਉਸ ਨੂੰ ਆਖਦੇ ਨੇ ਜਿਸ ਦੀ ਸੰਤਾਨ ਨਹੀਂ ਹੁੰਦੀ, ਉਸ ਨੂੰ ਬਾਂਝ ਔਰਤ ਆਖਿਆ ਜਾਂਦਾ ਹੈ। ਨਹੀਂ ਤੋ ਜਨਨੀ ਬਾਂਝ ਰਹੇ, ਕਾਹੇ ਗਵਾਵੇ ਨੂਰ ਹੈ ਮਾਂ। ਨਹੀਂ ਤਾਂ ਫਿਰ ਤੂੰ ਇਸ ਤਰ੍ਹਾਂ ਕਰ, ਬੱਚੇ ਜਨਮਨ ਦੇਰੀ ਦੇਣੇ ਨੇ ਨਾ, ਇਹ ਨਾ ਦੇ, ਬਾਂਝ ਔਰਤ ਬਣ ਜਾ। ਐਵੇਂ ਰੱਬ ਨੇ ਤੈਨੂੰ ਨੂਰ ਦਿੱਤਾ ਹੈ ਸੰਤਾਨ ਪੈਦਾ ਕਰਨ ਦਾ, ਤੇ ਉਹਨੂੰ ਨਾ ਤੂੰ ਵਿਅਰਥ ਦੇ ਵਿੱਚ ਗਵਾਉਣਾ ਕਰ। ਸੋ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਸਤਿਗੁਰੂ ਨੇ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਜੋ ਸੰਤ ਹੈ, ਵਿਰਾਗੀ ਹੈ, ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਵਿਰਾਗ ਦੇ ਵਿੱਚ ਰਹਿੰਦਾ ਹੈ, ਉਸ ਦੀ ਵਡਿਆਈ ਕੀਤੀ ਹੈ। ਮੋਨ ਨੀਂਦ ਨਾ ਆਵੇ ਹਾਵੇ। ਇਹ ਸੱਚੇ ਸਤਿਗੁਰ ਸਾਡੇ ਮਨ ਨੂੰ ਤੁਸੀਂ ਇਤਨਾ ਮੋਹ ਲਿਆ ਕਿ ਤੁਹਾਡੇ ਵਿਰਾਗ ਦੇ ਵਿੱਚ ਹੁਣ ਨੀਂਦ ਵੀ ਚੰਗੀ ਨਹੀਂ ਲੱਗਦੀ। ਆਪ ਜੀ ਦੇ ਪ੍ਰੇਮ ਭਾਵ ਦੇ ਵਿੱਚ ਅੰਦਰ ਹੋ ਕੇ ਵੀ ਆ ਰਹੇ ਨੇ। ਹਾਰ ਸਵਾਸਾਂ ਨੂੰ ਅਸੀਂ ਧਾਗਾ ਬਣਾ ਕੇ ਤੇਰੇ ਨਾਮ ਨੂੰ ਇਹਦੇ ਵਿੱਚ ਪਰੋ ਰੱਖੀਏ। ਹਰ ਸਵਾਸ ਨਾਲ ਵਾਹਿਗੁਰੂ ਵਾਹਿਗੁਰੂ ਆਖਦੇ ਨਾ। ਕਜਰ ਕਹਿੰਦੇ ਨੇ ਸੁਰਮੇ ਅੰਜਨ ਨੂੰ। ਗੁਰੂ ਤੋਂ ਗਿਆਨ ਦਾ ਅੰਜਨ ਲੈ ਕੇ ਉਹ ਵੀ ਨੇਤਰਾਂ 'ਚ ਪਾਇਆ ਹੋਇਆ ਹੈ। ਵਸਤਰ ਨਿਤਨੇਮ ਦਾ ਜਿਹੜਾ ਵਸਤਰ ਹੈ ਇਹ ਵੀ ਧਾਰਨ ਕੀਤਾ। ਭਾਵ ਨਿਤਨੇਮੀ ਵੀ ਅਪਰਨ ਕੀਨੇ, ਇਹ ਸਾਰੇ ਕੀਤੇ ਹੋਏ ਹਨ ਜੀ। ਉਡੀਨੀ ਅਡੀਨੀ ਉਡੀਨੀ। ਉਡੀਨੀ ਉਡੀਨੀ ਦਾ ਅਰਥ ਹੁੰਦਾ ਮਨ ਦਾ ਉੱਡੂ ਉੱਡੂ ਕਰਨਾ। ਜਦੋਂ ਮਨ ਉਦਾਸ ਹੋ ਜਾਵੇ ਫਿਰ ਉਹ ਪਰਿਵਾਰ ਦੇ ਵਿੱਚ ਵੀ ਨਹੀਂ ਲੱਗਦਾ। ਜਦੋਂ ਮਨ ਉਦਾਸ ਹੋ ਜਾਵੇ ਫਿਰ ਉਹ ਕਿਤੇ ਨਹੀਂ ਲੱਗਦਾ, ਤੇ ਉਹਨੂੰ ਫਿਰ ਆਪਾਂ ਕਹਿ ਦਿੰਦੇ ਹਾਂ ਮਨ ਉੱਡੂ ਉੱਡੂ ਕਰਦਾ ਹੈ। ਉੱਡੂ ਉੱਡੂ ਦਾ ਭਾਵ ਵੀ ਮਨ ਇੱਥੇ ਕਹਿੰਦਾ ਸਰੀਰ ਨੂੰ ਨਾ ਰੋ, ਚੱਲ ਇੱਥੋਂ ਤੁਰ ਕਿਤੇ ਹੋਰ ਚਲੀਏ। ਇਹਨੂੰ ਆਖ ਦਿੰਦੇ ਨੇ ਮਨ ਦਾ ਉੱਡੂ ਉੱਡੂ ਕਰਨਾ, ਮਨ ਦਾ ਨਾ ਲੱਗਣਾ। ਜਦੋਂ ਮਨ ਦੇ ਵਿੱਚ ਵਿਰਾਗ ਆ ਜਾਵੇ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦਾ, ਤੇ ਆਖਰੀ ਸਟੇਜ ਤੇ ਇਹ ਪਹੁੰਚ ਜਾਵੇ, ਫਿਰ ਸੰਸਾਰ ਦੇ ਵਿੱਚ ਜਿੰਦਾ ਰਹਿਣ ਨੂੰ ਵੀ ਜੀ ਨਹੀਂ ਕਰਦਾ। ਇਹੀ ਭਾਵਨਾ ਹੁੰਦੀ ਹੈ ਵੀ ਹੁਣ ਸਰੀਰ ਨਾ ਜਿਹੜਾ ਇਹ ਛੁੱਟ ਜਾਵੇ ਤੇ ਉਸ ਦੇ ਵਿੱਚ ਅਭੇਦ ਹੋ ਜਾਈਏ। ਉਡੀਨੀ ਉਡੀਨੀ ਉਡੀਨੀ, ਇਸ ਤਰ੍ਹਾਂ 3 ਵਾਰੀ ਆਖੀਏ। ਇਹਦਾ ਅਰਥ ਫਿਰ ਵਿਦਵਾਨ ਕਰ ਲੈਂਦੇ ਨੇ ਵੀ 3 ਕਾਲ ਨੇ। ਹਰ ਵਕਤ, ਪਹਿਲੋਂ ਵੀ ਨਹੀਂ ਸੀ ਲੱਗਦਾ, ਹੁਣ ਵੀ ਨਹੀਂ ਲੱਗਦਾ ਤੇ ਅੱਗੇ ਵੀ ਨਹੀਂ ਲੱਗੇਗਾ। ਜਾਂ ਉਡੀਨੀ ਪਰਿਵਾਰ ਦੇ ਵਿੱਚ ਵੀ ਮਨ ਉੱਡੂ ਉੱਡੂ ਕਰਦਾ, ਨਹੀਂ ਲੱਗਦਾ। ਉਡੀਨੀ ਸਮਾਜ ਦੇ ਵਿੱਚ ਵੀ ਮਨ ਜਿਹੜਾ ਇਹ ਉੱਡੂ ਉੱਡੂ ਕਰਦਾ, ਨਹੀਂ ਲੱਗਦਾ। ਉਡੀਨੀ ਧਨ ਦੌਲਤ ਦੇ ਵਿੱਚ ਵੀ ਮਨ ਜਿਹੜਾ ਇਹ ਹੁਣ ਕਾਰੋਬਾਰ ਦੇ ਵਿੱਚ ਵੀ ਨਹੀਂ ਲੱਗਦਾ, ਉੱਡੂ ਉੱਡੂ ਕਰਦਾ ਹੈ ਜੀ। ਕਬ ਘਰ ਆਵੈਰੀ। ਤੇ ਇਹ ਭਾਵਨਾ ਅੰਦਰ ਬਣੀ ਹੋਈ ਹੈ ਕਿ ਮੇਰਾ ਪ੍ਰੀਤਮ ਪਿਆਰਾ ਮੇਰੇ ਸਰੀਰ ਰੂਪੀ ਘਰ ਦੇ ਵਿੱਚ ਕਦੋਂ ਆ ਜਾਵੇ। ਵਾਹਿਗੁਰੂ ਮੇਰੇ ਸਰੀਰ ਦੇ ਵਿੱਚ ਆਣ ਕੇ ਕਦੋਂ ਪ੍ਰਗਟ ਹੋਵੇ, ਉਸ ਦੀ ਮੈਨੂੰ ਅੰਦਰੋਂ ਕਦੋਂ ਪ੍ਰਾਪਤੀ ਹੋਵੇ, ਮੈਂ ਅੰਤਰਮੁਖੀ ਕਦੋਂ ਹੋਵਾਂ। ਸ਼ਬਦ ਤੇ ਸੁਰਤ ਦਾ ਜਿਹੜਾ ਸੁਮੇਲ ਹੈ ਇਹ ਕਦੋਂ ਹੋਵੇ। ਇਹ ਗੱਲ ਦੀ ਜਿਹੜੀ ਉਡੀਕ ਹੈ, ਇਹਦੇ ਕਰਕੇ ਨੀਂਦ ਵੀ ਨਹੀਂ ਆਉਂਦੀ, ਇਹਦੇ ਕਰਕੇ ਠੰਡੇ ਹੋ ਕੇ ਵੀ ਆ ਰਹੇ ਨੇ, ਤੇ ਇਹਦੇ ਕਰਕੇ ਹੀ ਮਨ ਜਿਹੜਾ ਇਹ ਉੱਡੂ ਉੱਡੂ ਕਰ ਰਹੇ। ਹੁਣ ਇਸ ਗੱਲ ਨੂੰ ਨਾ, ਇਸ ਤੋਕ ਨੂੰ ਆਪਣੇ ਪਕੜ ਦੇ ਵਿੱਚ ਰੱਖਣਾ। ਕਬ ਘਰ ਆਵੇਗੀ, ਇਹੀ ਤੋਕੇ ਜਿਹੜੀ ਇਹ ਅੱਗੇ ਫਿਰ ਆਏਗੀ, ਇਸੇ ਦਾ ਨਾਮ ਪੜਤਾਲ ਹੈ।
ਇਹਨੇ ਪਰਤ ਕੇ ਫਿਰ ਆ ਜਾਣਾ ਹੈ। ਕਬ ਕਰ ਆਵੇਰੀ ਇਹਨੂੰ ਆਖਦੇ ਨੇ ਪਰਤ ਕੇ ਫਿਰ ਆਉਣਾ। ਪੜਤਾਲ ਇਹ ਤੋਕੇ ਨਾ ਜਿਹੜੀ ਰੀ ਵਾਲੀ ਇਹ ਵਾਰੀ ਵਾਰੀ ਸਾਰੇ ਸ਼ਬਦ ਦੇ ਵਿੱਚ ਆਵੇਗੀ। ਤੇ ਤਾਲ ਨੇ ਜਿਹੜਾ ਤਬਲਾ ਵਜਾਉਣ ਵਾਲਾ ਉਹਦਾ ਬਦਲਦਾ ਰਹੇਗਾ, ਉਹ ਵੀ ਪਰਤ ਕੇ ਆਉਂਦਾ ਰਹੇਗਾ, ਪਰਤਦਾ ਰਹੇਗਾ। ਕਬ ਕਰ ਆਵੇਰੀ ਕਦੋਂ ਪ੍ਰਭੂ ਪਰਮਾਤਮਾ ਸਾਡੇ ਸਰੀਰ ਦੇ ਵਿੱਚ ਪ੍ਰਗਟ ਹੋਵੇ ਜੀ। ਰਹਾਉ ਸਰਨ ਸੁਹਾਗਣ ਚਰਨ ਸੀਸ ਧਰ। ਇਹ ਰਾਹੋ ਵਾਲੀਆਂ ਤੁਕਾਂ ਸਨ ਜਿਨ੍ਹਾਂ ਦੇ ਆਪਾਂ ਨੇ ਅਰਥ ਵਿਚਾਰੇ ਨੇ ਤੇ ਇਹਨਾਂ ਦੇ ਵਿੱਚ ਸਵਾਲ ਵੀ ਹੈ। ਕਬ ਕਰ ਆਵੇਰੀ ਪ੍ਰਭੂ ਪਰਮਾਤਮਾ ਮੈਨੂੰ ਕਦੋਂ ਪ੍ਰਾਪਤ ਹੋਵੇ। ਮੇਰਾ ਮਨ ਨਹੀਂ ਲੱਗ ਰਿਹਾ, ਹੁਣ ਮਨ ਵਿੱਚ ਬੜੀ ਵਿਰਾਗ ਉਦਾਸੀ ਆ ਰਹੀ ਹੈ। ਵਿਰਾਗ ਉਦਾਸੀ ਕਿਤਨੀ ਆ ਰਹੀ ਹੈ, ਨੇਤਰਾਂ ਚੋਂ ਵਿਰਾਗ ਦੇ ਵਿੱਚ ਜਲ ਵਹਿ ਤੁਰਦਾ ਹੈ ਤੇ ਠੰਡੇ ਹੋ ਕੇ ਜਿਹੜੇ ਨੇ ਇਹ ਆਉਂਦੇ ਨੇ। ਆਸਕਾਰਾ ਨਵ ਨਿਸ਼ਾਨੀ ਐ ਪਸ। ਇਹ 9 ਨਿਸ਼ਾਨੀਆਂ ਨੇ, ਇਹਨਾਂ ਦਾ ਆਪਾਂ ਨੇ ਅੱਗੇ ਵੀ ਇੱਕ ਵਾਰੀ ਜ਼ਿਕਰ ਕੀਤਾ ਸੀ। ਆਹ ਸਰਦੋ ਠੰਡੇ ਹੋ ਕੇ ਆਉਣੇ, ਰੰਗ ਜਰਦੋ ਰੰਗ ਦਾ ਬਦਲ ਜਾਣਾ। ਇਹ ਰੰਗ ਦਾ ਬਦਲ ਜਾਣਾ ਇਸ ਤਰ੍ਹਾਂ ਜਦੋਂ ਕੋਈ ਵਿਰਾਗ ਦੇ ਵਿੱਚ ਚਲਾ ਜਾਂਦਾ ਫਿਰ ਉਹਨੂੰ ਖਾਣਾ ਪੀਣਾ ਵੀ ਨਹੀਂ ਚੰਗਾ ਲੱਗਦਾ, ਸਰੀਰ 'ਚ ਕਮਜ਼ੋਰੀ ਆ ਜਾਂਦੀ ਹੈ। ਆਹ ਸਰਦੋ ਰੰਗ ਜਰਦੋ ਚਸ਼ਮ ਤਰ ਨੇਤਰਾਂ ਦੇ ਵਿੱਚੋਂ ਜਲ ਦਾ ਵਹਿਣਾ। ਤੇ ਹੁਣ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਇਸ ਦਾ ਉੱਤਰ ਦਿੰਦੇ ਨੇ ਪਹਿਲੀ ਪੌੜੀ 'ਚ। ਇੱਥੋਂ ਪਹਿਲੀ ਪੌੜੀ ਸ਼ੁਰੂ ਹੋਗੀ। ਸਰਨ ਨੂੰ ਸੁਹਾਗਣ। ਸੁਹਾਗਣ ਦਾ ਅਰਥ ਗੁਰਬਾਣੀ ਦੇ ਆਧਾਰ ਤੇ ਪ੍ਰਾਪਤੀ ਵਾਲਾ ਹੈ, ਜਿਹਨੂੰ ਪ੍ਰਾਪਤ ਹੈ। ਤੇ ਸਰਨ ਦਾ ਅਰਥ ਹੁੰਦਾ ਹੈ ਸਰਨ ਦੇ ਵਿੱਚ ਆ ਜਾਣਾ। ਜਿਵੇਂ ਅਸੀਂ ਬੱਚੇ ਦਾ ਕਲਾਸ ਦੇ ਵਿੱਚ ਨਾਂ ਲਿਖਾ ਦਿੰਦੇ ਹਾਂ ਤੇ ਉਹ ਹਰ ਰੋਜ਼ ਕਲਾਸ ਦੇ ਵਿੱਚ ਕੁਝ ਸਿੱਖਣ ਵਾਸਤੇ ਜਾਂਦਾ ਹੈ। ਇਹ ਹੁਣ ਆਪਣੇ ਅਧਿਆਪਕ ਆਪਣੇ ਮਾਸਟਰ ਦੀ ਸ਼ਰਨ ਦੇ ਵਿੱਚ ਇਹਨੇ ਜਿਤਨਾ ਸਮਾਂ ਸਕੂਲ ਦੇ ਵਿੱਚ ਕਲਾਸ ਦੇ ਵਿੱਚ ਉਤਨਾ ਸਮਾਂ ਪਾਣੀ ਵੀ ਪੁੱਛ ਕੇ ਪੀਣਾ ਹੈ, ਪ੍ਰਸ਼ਾਦਾ ਵੀ ਪੁੱਛ ਕੇ ਛਕਣਾ ਹੈ, ਕੁਝ ਲੈਣ ਦੇਣ ਕਰਨਾ, ਅੰਦਰ ਬਾਹਰ ਜਾਣਾ ਉਹ ਵੀ ਪੁੱਛ ਕੇ ਕਰਨਾ ਹੈ। ਇਹਨੂੰ ਆਖਦੇ ਨੇ ਸਰਨ ਦੇ ਵਿੱਚ ਆਉਣਾ। ਸਰਨ ਸੁਹਾਗਣ ਗੁਰੂ ਮਹਾਰਾਜ ਜੀ ਉੱਤਰ ਦਿੰਦੇ ਨੇ ਜੇ ਇਤਨਾ ਹੀ ਵਿਰਾਗ ਆਇਆ ਨਾ ਤੇ ਫਿਰ ਤੈਨੂੰ ਪ੍ਰਾਪਤੀ ਵਾਲਿਆਂ ਦੇ ਕੋਲ ਜਾਣਾ ਪਏਗਾ, ਉਹਨਾਂ ਦੀ ਸ਼ਰਨ ਲੈਣੀ ਪਏਗੀ ਜਿਨ੍ਹਾਂ ਨੇ ਪ੍ਰਾਪਤ ਕੀਤਾ। ਕਿਉਂਕਿ ਦੁੱਧ ਤੋਂ ਦਹੀਂ ਉਦੋਂ ਤੱਕ ਨਹੀਂ ਬਣਦਾ ਜਦੋਂ ਤੱਕ ਉਹਨੂੰ ਜਾਗ ਨਾ ਲੱਗੇ। ਕਹਿਣ ਤੋਂ ਭਾਵ ਪ੍ਰਾਪਤੀ ਵਾਲਿਆਂ ਤੋਂ ਤੈਨੂੰ ਇਹ ਜਾਗ ਲਵਾਉਣੀ ਪੈਣੀ ਹੈ। ਚਰਨ ਸੀਸ ਤੇ ਜਾਗ ਕਿਵੇਂ ਲਵਾਉਣੀ ਹੈ? ਹੰਕਾਰ ਦੇ ਨਾਲ, ਪੈਸੇ ਨਾਲ ਇਹ ਜਾਗ ਹੈ ਜਿਹੜੀ ਇਹ ਨਹੀਂ ਲੱਗਦੀ, ਨਾ ਪੈਸੇ ਨਾਲ ਲੱਗਦੀ ਹੈ ਨਾ ਹੰਗਤਾ ਦੇ ਨਾਲ ਲੱਗਦੀ। ਫਿਰ ਲੱਗਦੀ ਕਿਵੇਂ ਹੈ? ਚਰਨ ਸੀਸ। ਜਦੋਂ ਅਸੀਂ ਝੁਕ ਜਾਈਏ ਤੇ ਚਰਨਾਂ ਤੇ ਸੀਸ ਰੱਖ ਦਈਏ। ਧਰ ਸਰਨ ਸੁਹਾਗਣ ਚਰਨ ਸੀਸ ਧਰ। ਉਹਨਾਂ ਦੇ ਚਰਨਾਂ ਤੇ ਜਾ ਕੇ ਤੂੰ ਆਪਣਾ ਸਿਰ ਧਰਨਾ ਕਰ। ਜਿਹੜੇ ਪ੍ਰਾਪਤੀ ਵਾਲੇ ਹੋ ਗਏ ਨੇ ਉਹਨਾਂ ਦੀ ਸ਼ਰਨ ਦੇ ਵਿੱਚੋਂ ਗੁਰੂ ਕਿਰਪਾ ਕਰੇਗਾ ਤੈਨੂੰ ਪ੍ਰਾਪਤੀ ਹੋਵੇਗੀ। ਲਾਲਨ ਮੋਹੇ ਮਿਲਾਵੋ। ਤੇ ਬੇਨਤੀ ਕਰਨੀ ਹੈ ਮੇਰਾ ਪ੍ਰੀਤਮ ਪਿਆਰਾ ਵਾਹਿਗੁਰੂ ਹੈ ਜਿਹੜਾ ਉਹ ਮੈਨੂੰ ਮਿਲਾ ਦੇਵੋ। ਮੈਂ ਇੱਕ ਵਾਰੀ ਫਿਰ ਅਰਥ ਕਰਦੇ ਹਾਂ। ਸਰਨ ਸੁਹਾਗਣ ਚਰਨ ਸੀਸ ਧਰ। ਪਹਿਲੂ ਸਵਾਲ ਸੀ ਕਬ ਕਰ ਆਵੇ ਰੀ, ਉਹ ਕਦੋਂ ਘਰੇ ਆਵੇਗਾ? ਮੇਰੇ ਸਰੀਰ ਦੇ ਵਿੱਚ ਮੇਰਾ ਪ੍ਰਭੂ ਪਰਮਾਤਮਾ ਕਦੋਂ ਪ੍ਰਗਟ ਹੋਏਗਾ? ਤੇ ਧੰਨ ਗੁਰੂ ਅਰਜਨ ਦੇਵ ਜੀ ਪਹਿਲੀ ਪੌੜੀ ਦੇ ਵਿੱਚ ਉੱਤਰ ਦਿੰਦੇ ਨੇ ਸਰਨ ਸੁਹਾਗਣ ਚਰਨ ਸੀਸ ਧਰ। ਪ੍ਰਾਪਤੀ ਵਾਲਿਆਂ ਦੀ ਸ਼ਰਨ ਦੇ ਵਿੱਚ ਚਲਾ ਜਾ ਤੇ ਉੱਥੇ ਜਾ ਕੇ ਉਹਨਾਂ ਦੇ ਚਰਨਾਂ ਤੇ ਸੀਸ ਨੂੰ ਧਰਨਾ ਕਰ ਤੇ ਬੇਨਤੀ ਇਹ ਕਰਨੀ ਲਾਲਣ ਮੋਹਿ ਮਿਲਾਵੋ, ਮੈਨੂੰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ ਜੀ। ਕਬ ਕਰ ਆਵੈ ਰੀ। ਇਹ ਹੁਣ ਪੌੜੀ ਸਮਾਪਤ ਹੋ ਗਈ ਤੇ ਉਹੀ ਤੋਕੇ ਜਿਹੜੀ ਫਿਰ ਪਰਤ ਕੇ ਆ ਗਈ। ਇਸੇ ਦਾ ਨਾਮ ਪੜਤਾਲ ਹੈ। ਪਹਿਲੂ ਰਾਓ ਵਾਲੀ ਤੁਕ ਦੇ ਵਿੱਚ ਐਸੀ ਕਬ ਕਰ ਆਵੈ ਰੀ ਤੇ ਹੁਣ ਪਹਿਲੀ ਪੌੜੀ ਦੀ ਆਖਰੀ ਤੁਕ ਦੇ ਵਿੱਚ ਆ ਗਿਆ ਕਬ ਕਰ ਆਵੈ ਰੀ। ਉਹ ਪ੍ਰਭੂ ਪਰਮਾਤਮਾ ਕਦੋਂ ਮੇਰੇ ਸਰੀਰ ਰੂਪੀ ਘਰ ਦੇ ਵਿੱਚ ਆਵੇਗਾ? ਮੈਨੂੰ ਉਸ ਦੇ ਨਾਲ ਮਿਲਾਣਾ ਕਰੋ।
ਪ੍ਰਾਪਤੀ ਵਾਲਿਆਂ ਦੀ ਸ਼ਰਨ ਦੇ ਵਿੱਚ ਅਸੀਂ ਜਾਣਾ ਕਰੀਏ, ਉਹਨਾਂ ਦੇ ਚਰਨਾਂ ਤੇ ਜਾ ਕੇ ਸੀਸ ਧਰਨਾ ਕਰੀਏ ਜੀ। ਸੁਨਹੁ ਸਹੇਰੀ ਮਿਲਨ ਬਾਤ ਕਹੋ, ਸਗਰੋ ਅਹੰ ਮਿਟਾਵੋ, ਤੋ ਕਰਹੀ ਲਾਲਨ ਪਾਵੋ। ਹੁਣ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੂਸਰੀ ਪੌੜੀ ਦੇ ਅੰਦਰ ਗਿਆਨ ਦੱਸਦੇ ਨੇ। ਸੁਣੋ ਸਹੇਰੀ, ਸਹੇਰੀ ਆਖਿਆ ਜਾਂਦਾ ਸਹੇਲੀ ਨੂੰ। ਜਿਤਨੇ ਵੀ ਸਤ ਸੰਗੀ ਨੇ ਇਹਨਾਂ ਸਾਰਿਆਂ ਨੂੰ ਸਾਂਝਾ ਉਪਦੇਸ਼। ਸੁਣੋ ਸਹੇਰੀ, ਇਹ ਸਤ ਸੰਗੀਓ ਸੁਣ ਲਵੋ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਪ੍ਰਾਪਤੀ ਵਾਲੇ ਦੀ ਸ਼ਰਨ ਦੇ ਵਿੱਚ ਵੀ ਚਲੇ ਜਾਈਏ ਤੇ ਜਾ ਕੇ ਅਰਦਾਸ ਵੀ ਕਰ ਦਈਏ ਤੇ ਅੰਦਰ ਦੀ ਜਿਹੜੀ ਮੈਲ ਲੈਣਾ ਹੰਕਾਰ ਇਹ ਉਵੇਂ ਜਿਵੇਂ ਬਣਿਆ ਰਵੇ। ਮਿਲਨ ਬਾਤ ਕਹੋ, ਤੁਹਾਨੂੰ ਮਿਲਣ ਦੀ ਇੱਕ ਗੱਲ ਦੱਸਦੇ ਹਾਂ। ਸੁਣੋ ਸਹੇਰੀ, ਹੇ ਸਤ ਸੰਗੀਓ, ਮਿਲਨ ਬਾਤ ਕਹੋ, ਤੁਹਾਨੂੰ ਮਿਲਣ ਦੀ ਇੱਕ ਗੱਲ ਦੱਸਦੇ ਹਾਂ। ਸਗਰੋਂ ਅਹੰ ਮਿਟਾਵੋ, ਪਹਿਲੋਂ ਅੰਦਰੋਂ ਹੰਕਾਰ ਦਾ ਨਾਸ਼ ਕਰ ਲਿਓ। ਜਿਹੜਾ ਹੰਕਾਰ ਹੈ ਨਾ ਉਹਨੂੰ ਨਾਸ਼ ਕਰ ਲਿਓ। ਭਗਤ ਕਬੀਰ ਜੀ ਦਾ ਸ਼ਲੋਕ ਆਉਂਦਾ ਹੈ। ਭਗਤ ਕਬੀਰ ਜੀ ਸ਼ਲੋਕ ਦੇ ਅੰਦਰ ਦਰਜ ਕਰਦੇ ਨੇ, ਸੰਤਨ ਕੋ ਮਿਲਨੇ ਜਾਈਏ, ਸਾਥ ਨ ਲੀਜੇ ਕੋਈ। ਇਹਦਾ ਅਰਥ ਇਹ ਨਹੀਂ ਵੀ ਕਿਸੇ ਨੂੰ ਨਾਲ ਨਹੀਂ ਲੈ ਕੇ ਜਾਣਾ, ਨਹੀਂ। ਸਾਡੇ ਵਕਾਰ ਨੇ ਜਿਹੜੇ ਉਹਨਾਂ ਨੂੰ ਨਾਲ ਨਹੀਂ ਲੈ ਕੇ ਜਾਣਾ। ਜਦੋਂ ਕਿਸੇ ਸੰਤ ਮਹਾਤਮਾ ਨੂੰ ਗੁਰੂ ਨੂੰ ਮਿਲ ਜਾਣਾ ਹੈ ਤੇ ਉਦੋਂ ਸੰਗਤ ਰੂਪ ਦੇ ਵਿੱਚ ਜਾਵੇ, ਵੱਡੀ ਵਡਿਆਈ ਹੁੰਦੀ ਹੈ। ਪਰ ਹੰਕਾਰ ਜਿਹੜਾ ਹੈ, ਲੋਭ ਹੈ, ਮੋਹ ਹੈ, ਸਾਰੇ ਵਕਾਰ ਹੀ ਸਮਝ ਲੈਣੇ ਨੇ, ਇਹ ਨਹੀਂ ਲੈ ਕੇ ਜਾਣੇ। ਹੁਣ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਨੂੰ ਕਹਿ ਰਹੇ ਨੇ, ਸੁਣੋ ਸਹੇਰੀ ਮਿਲਨ ਬਾਤ ਕਹੋ। ਇਹ ਸਤ ਸੰਗੀਓ, ਪਰਮਾਤਮਾ ਦੇ ਮਿਲਣ ਦੀ ਗੱਲ ਅਸੀਂ ਤੁਹਾਨੂੰ ਦੱਸਦੇ ਹਾਂ। ਸਗਰੋਂ ਅਹੰ ਮਿਟਾਵੋ, ਪਹਿਲੋਂ ਆਪਣੇ ਅੰਦਰੋਂ ਹੰਕਾਰ ਦਾ ਨਾਸ਼ ਕਰ ਲੈਣਾ। ਇਹ ਨਹੀਂ ਕਹਿਣਾ ਵੀ ਮੈਂ ਹੁਣ ਸੰਤ ਕੋਲੇ ਚੱਲਾਂ ਤੇ ਮੈਂ ਬੜਾ ਵੱਡਾ। ਸੰਤ ਬਾਬਾ ਅਤਰ ਸਿੰਘ ਜੀ, ਸੰਤ ਬਾਬਾ ਆਨੰਦ ਸਿੰਘ ਜੀ, ਇਹ ਬੜੀ ਉੱਚ ਪਦਵੀ ਦੇ ਮਾਲਕ ਹੋਏ ਨੇ। ਮਹਾਂਪੁਰਸ਼ ਸੰਤ ਬਾਬਾ ਆਨੰਦ ਸਿੰਘ ਜੀ ਆਪਣੇ ਸਮੇਂ ਦੇ ਵਿੱਚ ਇੱਕ ਕੁਟੀਆ ਦੇ ਵਿੱਚ ਰਿਹਾ ਕਰਦੇ ਸਨ ਤੇ ਕੋਈ ਗੁਰੂ ਸਵਾਰਿਆ ਸੀ। ਉਹਨੇ 1 ਲੱਖ ਰੁਪਈਆ ਲੈ ਲਿਆ ਤੇ ਸੰਤਾਂ ਦੇ ਪਾਸ ਲੱਖ ਰੁਪਈਆ ਲੈ ਕੇ ਤੇ ਚੱਲ ਪਿਆ, ਤੁਰ ਪਿਆ ਉੱਥੋਂ ਵੀ ਸੰਤਾਂ ਦੇ ਪਾਸ ਜਾਣਾ ਹੈ, ਪਹੁੰਚਣਾ ਹੈ। ਰਸਤੇ ਵਿੱਚ ਖਿਆਲ ਆ ਗਿਆ ਵੀ ਸੰਤ ਤਾਂ ਲੱਖ ਰੁਪਈਆ ਵੇਖ ਕੇ ਤੇ ਬਾਗੋ ਬਾਗ ਹੋ ਜਾਣਗੇ, ਬੜੇ ਖੁਸ਼ ਹੋ ਜਾਣਗੇ ਵੀ ਇਹਨੇ ਲੱਖ ਰੁਪਈਆ ਲਿਆ ਕੇ ਦਿੱਤਾ। ਸੰਤ ਅੰਤਰਜਾਮੀ ਸਨ, ਉਹਨਾਂ ਨੇ ਸੁਣ ਲਿਆ ਤੇ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸਰੋਵਰ ਹੈ ਦਮਦਮਾ ਸਾਹਿਬ, ਉਹ 5 ਪੌੜੀਆਂ ਥੱਲੇ ਉਤਰ ਕੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਲੱਗ ਗਏ। ਉਤਨੇ ਨੂੰ ਉਹ ਵੀ ਪਹੁੰਚ ਗਿਆ ਤੇ ਲੱਖ ਰੁਪਈਏ ਜਿਹੜਾ ਅੱਜ ਕੱਲ੍ਹ ਨੋਟ ਵੱਡੇ ਨੇ, ਅੱਜ ਕੱਲ੍ਹ ਤਾਂ 2000 ਦੇ ਨੋਟ ਨੇ, 100 ਹੋਵੇ ਤੇ 2 ਲੱਖ ਬਣ ਜਾਂਦਾ, 50 ਕੁ ਨੋਟ ਨੇ। ਉਦੋਂ ਨੋਟ ਛੋਟੇ ਹੋਇਆ ਕਰਦੇ ਸਨ ਤੇ ਵੱਡਾ ਸਾਰਾ ਢੇਰ ਲੱਗ ਜਾਂਦਾ ਸੀ। ਕੱਪੜੇ 'ਚ ਬੰਨੇ ਹੋਏ ਨੇ, ਖੋਲ ਕੇ ਵਿਖਾਉਂਦਾ ਹੈ ਤੇ ਕਹਿੰਦਾ, ਸੰਤ ਜੀ ਇਹ ਲੱਖ ਰੁਪਈਆ ਮੈਂ ਤੁਹਾਡੇ ਲਈ ਲੈ ਕੇ ਆ। ਉਹ ਕਹਿੰਦੇ ਵੀ ਰੱਖ ਦੇ ਉੱਤੇ ਪਰਾਂ ਕਿਤੇ। ਬੜਾ ਹੈਰਾਨ ਹੋਇਆ ਵੀ ਇਹਨਾਂ ਤੇ ਭੱਜ ਕੇ ਪੜ੍ਹਨਾ ਸੀ ਮੇਰੇ ਤੋਂ ਤੇ ਪੜ੍ਹਿਆ ਕਿਉਂ ਨਹੀਂ। ਉਦੋਂ ਤੋਂ ਹੀ ਫਿਰ ਇਹ ਮਰਿਆਦਾ ਚੱਲ ਗਈ। ਨਾਨਕਸਰ ਸੰਪਰਦਾ ਜਿਹੜੀ ਚੱਲੀ ਏ, ਇਹ ਮੱਥਾ ਨਹੀਂ ਟੇਕਣ ਦਿੰਦੇ। ਮਹਾਂਪੁਰਸ਼ਾਂ ਨੇ ਕਹਿਤਾ ਸੀ, ਮੱਥਾ ਬੰਦ ਕਰਾ ਦਿੱਤਾ ਸੀ, ਨਹੀਂ ਟੇਕਣਾ। ਪਰ ਹੁਣ ਥੋੜ੍ਹਾ ਜਿਹਾ ਢੰਗ ਬਦਲ ਗਿਆ ਹੈ, ਟੇਢੇ ਢੰਗ ਨਾਲ ਲੈ ਲੈਂਦੇ ਨੇ। ਮਹਾਂਪੁਰਸ਼ਾਂ ਨੇ ਉਦੋਂ ਬਾਅਦ ਕਿਸੇ ਤੋਂ ਮਾਏ ਨਹੀਂ ਸੀ ਲਈ। ਰਹੋ ਵਿਚਾਰ, ਹੁਣ ਇਹਦੇ ਅੰਦਰ ਹੰਕਾਰ ਸੀ, ਇਸ ਲਈ ਮੈਂ ਇਹ ਸਾਖੀ ਸੁਣਾਈ ਹੈ। ਇਹ ਹੰਕਾਰ ਕਰਕੇ ਆਇਆ ਸੀ ਵੀ ਮੇਰੇ ਕੋਲ ਲੱਖ ਰੁਪਈਏ ਤੇ ਫਿਰ ਇਸ ਤਰ੍ਹਾਂ ਪ੍ਰਾਪਤੀ ਵਾਲਿਆਂ ਦੇ ਕੋਲ ਜਾ ਕੇ ਥੋੜ੍ਹਾ ਪ੍ਰਾਪਤੀ ਹੁੰਦੀ ਹੈ। ਸੋ ਗੁਰੂ ਮਹਾਰਾਜ ਜੀ ਸਾਨੂੰ ਸੁਚੇਤ ਕਰਦੇ ਨੇ, ਸਗਰੋਂ ਅਹੰ ਮਿਟਾਵੋ, ਅੰਦਰ ਮਾਇਆ ਦਾ, ਬੜਪਣੇ ਦਾ, ਕਿਸੇ ਵੀ ਪ੍ਰਕਾਰ ਦਾ ਜਿਹੜਾ ਹੰਕਾਰ ਹੈ ਉਹ ਨਾ ਹੋਵੇ। ਤੋ ਘਰ ਹੀ ਲਾਲਣ ਪਾਓ, ਤੇ ਫਿਰ ਤੂੰ ਜਦੋਂ ਪਹੁੰਚੇ ਹੋਏ ਸੰਤਾਂ ਦੇ ਪਾਸ ਜਾਏਗਾ ਨਾ, ਤੈਨੂੰ ਸਰੀਰ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ ਜੀ। ਅਬ ਰਸ ਮੰਗਲ ਗੁਣ ਗਾਵੋ, ਤੇ ਫਿਰ ਉਸ ਪ੍ਰਭੂ ਪਰਮਾਤਮਾ ਦੇ ਜਦੋਂ ਤੂੰ ਮੰਗਲ ਗਾਇਨ ਕਰੇਗਾ, ਉਸ ਦੇ ਗੁਣ ਗਾਇਨ ਕਰੇਗਾ ਤੇ ਤੈਨੂੰ ਉਹਨਾਂ ਦੇ ਵਿੱਚ ਰਸ ਵੱਜ ਜਾਵੇਗਾ, ਆਨੰਦ ਆ ਜਾਵੇਗਾ ਜੀ। ਆਨੰਦ ਰੂਪ ਧਿਆਵੋ,
ਉਸ ਆਨੰਦੀ ਦੇ ਆਨੰਦ ਸਰੂਪ ਦਾ ਤੂੰ ਧਿਆਉਣਾ ਕਰ। ਭਾਵ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਕਰਿਆ ਕਰ। ਨਾਨਕ ਦੁਆਰੇ ਆਇਓ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਸੱਚੇ ਸਤਿਗੁਰ ਵੀ ਇਹ ਪ੍ਰਮਾਤਮਾ ਇਹ ਵਾਹਿਗੁਰੂ ਅਸੀਂ ਵੀ ਤੇਰੇ ਦਰ ਤੇ ਪਹੁੰਚ ਗਏ। ਇਸ ਤਰ੍ਹਾਂ ਦਰ ਤੱਕ ਪਹੁੰਚਿਆ ਜਾਂਦਾ ਹੈ। ਸੰਤ ਸਹਾਈ ਰਾਮ ਕੇ, ਜੇ ਉਸ ਪਰਮਾਤਮਾ ਵਾਹਿਗੁਰੂ ਰਾਮ ਨੂੰ ਮਿਲਣਾ ਨਾ ਸੰਤ ਸਹਾਈ। ਸਹਾਈ ਦਾ ਅਰਥ ਹੁੰਦਾ ਸਹਾਇਤਾ ਕਰਨ ਵਾਲਾ, ਮਦਦਗਾਰ। ਉਹਦੇ ਦਰ ਦੇ ਤੱਕ ਲੈ ਕੇ ਜਾਣ ਵਾਲੇ ਸੰਤ ਨੇ। ਉਹਦੇ ਦਰ ਤੱਕ ਉਹਦੇ ਦੁਆਰੇ ਤੱਕ ਲੈ ਕੇ ਜਾਣ ਵਾਲੇ ਸੰਤ ਮਹਾਂਪੁਰਸ਼ ਨੇ। ਗੁਰੂ ਹੈ, ਗੁਰੂ ਉਸ ਦੇ ਦਰ ਤੱਕ ਲੈ ਜਾਵੇਗਾ ਜੀ। ਸੋ ਮੈਂ ਲਾਲਣ ਪਾਇਓ ਰੀ। ਇਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਜੀ ਰਹਿਮਤ ਕਰਦੇ ਨੇ ਅਸੀਂ ਇਸ ਤਰ੍ਹਾਂ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ। ਇਸ ਤਰੀਕੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ, ਉਸ ਨਿਰੰਕਾਰ ਦੇ ਸਰੂਪ ਨੂੰ ਅਸੀਂ ਆਪਣੇ ਅੰਦਰ ਪ੍ਰਾਪਤ ਕੀਤਾ ਹੈ ਜੀ। ਮੋਹਨ ਰੂਪ ਦਿਖਾਵੇ। ਅਬ ਮੈਂ ਸਹਿਜ ਵਾਹਿਗੁਰੂ ਜੀ ਤੋ ਮੈਂ ਲਾਲਣ ਪਾਇਓ ਰੀ। ਇੱਥੇ ਫਿਰ ਰੀ ਸ਼ਬਦ ਆ ਗਿਆ ਤੇ ਉਸ ਤੋਂ ਪਹਿਲੂ ਜਿਹੜੀ ਤੋਕੇ ਨਾ ਉਹਨਾਂ ਦੇ ਵਿੱਚ ਵੀ ਰੀ ਆਇਆ ਸੀ, ਪਰ ਉਹ ਤੋਕਾ ਨਹੀਂ ਸਨ ਬਦਲੀਆਂ। ਇਹ ਤੁਕ ਬਦਲ ਗਈ। ਇੱਥੇ ਫਿਰ ਤਾਲ ਜਿਹੜਾ ਉਹ ਬਦਲ ਜਾਏਗਾ। ਫੜ ਤਾਲ, ਇੱਥੇ ਫਿਰ ਤਾਲ ਬਦਲ ਗਿਆ। ਇੱਥੋਂ ਫਿਰ ਨਵਾਂ ਤਾਲ ਚੱਕਣਾ ਪਏਗਾ। ਇੱਥੇ ਦੋ ਪੌੜੀਆਂ ਸੰਪੂਰਨ ਹੋ ਗਈਆਂ ਨੇ। ਇਸ ਪਾਵਨ ਸ਼ਬਦ ਦੇ ਅੰਦਰ ਰਾਓ ਵਾਲੀਆਂ ਜਿਹੜੀਆਂ ਤੁਕਾਂ ਨੇ ਉਹ ਰਾਓ ਨੇ ਜਿਹੜੇ ਉਹ ਦੋ ਨੇ। ਹੁਣ ਦੂਜੀ ਪੌੜੀ ਤੋਂ ਉਪਰੰਤ ਰਾਓ ਵਾਲੀਆਂ ਤੁਕਾਂ ਆਉਂਦੀਆਂ ਨੇ। ਦੂਜੇ ਰਾਓ ਵਾਲੀਆਂ, ਇਹ ਰਾਓ ਜਿਹੜਾ ਹੈ ਰਾਓ ਵਾਲੀਆਂ ਜਿਹੜੀਆਂ ਤੁਕਾਂ ਹੁੰਦੀਆਂ ਨੇ ਇਹਨਾਂ ਦੇ ਅੰਦਰ ਸਾਰੇ ਸ਼ਬਦ ਦਾ ਸਾਰ ਹੁੰਦਾ ਹੈ, ਸਾਰੇ ਸ਼ਬਦ ਦਾ ਗਿਆਨ ਹੁੰਦਾ ਹੈ। ਜਿਵੇਂ ਪਹਿਲਾ ਰਾਓ ਆਇਆ ਸੀ ਮੋਹਣ ਨੀਂਦ ਨਾ ਆਵੇ ਹਾਵੇ ਹਾਰ ਕਜਰ ਬਸਤਰ ਭਰਨ ਕੀਨੀ ਉਡੀਨੀ 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 ਕਬ ਕਰ ਆਵੇ ਦੀ। ਇਹਦੇ ਵਿੱਚ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਸਾਨੂੰ ਇਹ ਦੱਸਿਆ ਸੀ ਵੀ ਜਿਹੜਾ ਵਿਰਾਗ ਹੈ ਨਾ ਇਹ ਮਨੁੱਖ ਦੇ ਅੰਦਰ ਉਦੋਂ ਆਉਂਦਾ ਹੈ ਜਦੋਂ ਉਸ ਪ੍ਰਭੂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਉਹ ਸਾਡੇ ਮਨ ਨੂੰ ਮੋਹ ਲੈਂਦਾ, ਸਾਨੂੰ ਪਿਆਰਾ ਲੱਗਣ ਲੱਗ ਜਾਂਦਾ। ਸਾਡੇ ਅੰਦਰ ਚਾਅ ਹੁੰਦਾ ਹੈ ਪਰਮਾਤਮਾ ਦੀ ਪ੍ਰਾਪਤੀ ਦਾ, ਉਦੋਂ ਫਿਰ ਵਿਰਾਗ ਪੈਦਾ ਹੁੰਦਾ ਹੈ। ਇਸ ਰਾਓ ਵਾਲੀਆਂ ਤੁਕਾਂ ਦੇ ਵਿੱਚ ਇਹ ਦੱਸਿਆ। ਫਿਰ ਅੱਗੇ ਦੋ ਪੌੜੀਆਂ ਦੇ ਵਿੱਚ ਇਹਨਾਂ ਰਾਓ ਵਾਲੀਆਂ ਤੁਕਾਂ ਨੂੰ ਆਧਾਰ ਬਣਾ ਕੇ ਪ੍ਰਾਪਤੀ ਦਾ ਜਿਹੜਾ ਸਾਧਨ ਹੈ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਸਾਨੂੰ ਉਹ ਦੱਸਿਆ ਵੀ ਇਸ ਤਰੀਕੇ ਦੇ ਨਾਲ ਇਹ ਵਿਰਾਗ ਦੂਰ ਹੋ ਜਾਵੇਗਾ ਤੇ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ। ਹੁਣ ਅੱਗੇ ਜਿਹੜਾ ਦੂਸਰਾ ਰਾਓ ਹੈ ਉਹਦੇ ਵਿੱਚ ਪ੍ਰਾਪਤੀ ਤੋਂ ਬਾਅਦ ਦੀ ਗੱਲ ਹੈ। ਜਦੋਂ ਪ੍ਰਾਪਤ ਹੋ ਜਾਂਦਾ ਨਾ ਉਦੋਂ ਬਾਅਦ ਦੀ ਗੱਲ ਹੈ। ਮੈਂ ਇੱਕ ਵਾਰੀ ਹੋਰ ਦੱਸਾਂਗਾ ਤਾਂ ਕਿ ਇਸ ਪਾਵਨ ਸ਼ਬਦ ਦੇ ਅੰਦਰ ਰਾਓ ਦੋ ਆਉਣ ਦੇ ਕਾਰਨ ਦਾ ਪਤਾ ਲੱਗ ਜਾਵੇ। ਹੋਰ ਵੀ ਬੜੇ ਸ਼ਬਦ ਨੇ ਜਿਨ੍ਹਾਂ ਦੇ ਅੰਦਰ ਦੋ ਰਾਓ ਹੁੰਦੇ ਨੇ। ਪਹਿਲੇ ਰਾਓ ਦੇ ਵਿੱਚ ਵਿਰਾਗਮਈ ਜੀਵਨ ਹੋ ਗਿਆ ਤੇ ਪ੍ਰਾਪਤੀ ਦਾ ਸਾਧਨ ਦੱਸਿਆ। ਦੂਜੇ ਰਾਓ ਵਾਲੀਆਂ ਤੁਕਾਂ ਦੇ ਵਿੱਚ ਗੁਰੂ ਮਹਾਰਾਜ ਜੀ ਪ੍ਰਾਪਤੀ ਤੋਂ ਬਾਅਦ ਦੀ ਜਿਹੜੀ ਮਨੁੱਖ ਦੀ ਹਾਲਤ ਅਵਸਥਾ ਬਣਦੀ ਹੈ ਉਹ ਦੱਸ ਰਹੇ ਨੇ। ਮੋਹਨ ਰੂਪ ਦਿਖਾਵੇ, ਜਦੋਂ ਪ੍ਰਭੂ ਪਰਮਾਤਮਾ ਸਾਨੂੰ ਆਪਣਾ ਸੁੰਦਰ ਸਰੂਪ ਅੰਦਰ ਵਿਖਾ ਦਿੰਦਾ ਹੈ। ਆਪ ਮੋਹੇ ਨੀਂਦ ਸੁਹਾਵੇ, ਤੇ ਫਿਰ ਜਿਹੜੀ ਨੀਂਦ ਹੈ ਨਾ ਇਹ ਚੰਗੀ ਲੱਗਣ ਲੱਗ ਜਾਂਦੀ ਹੈ। ਭਾਵ ਵਿਰਾਗ ਦੇ ਵਿੱਚ ਜਿਹੜੀ ਨੀਂਦ ਛੁੱਟ ਗਈ ਸੀ ਉਹ ਨੀਂਦ ਜਿਹੜੀ ਉਹ ਸੁੱਖ ਦੇਣ ਵਾਲੀ ਹੋ ਗਈ ਹੈ ਜੀ। ਸਭ ਮੇਰੀ ਤਿਖਾ ਬੁਝਾਨੀ, ਤੇ ਜਿਹੜੀ ਪਦਾਰਥਾਂ ਦੀ ਤਿਖਾ ਹੈ, ਤਿਖਾ ਦਾ ਅਰਥ ਹੁੰਦਾ ਹੈ ਤ੍ਰਿਸ਼ਨਾ। ਪਦਾਰਥਾਂ ਦੀ ਪ੍ਰਾਪਤੀ ਦੀ ਜਿਹੜੀ ਤ੍ਰਿਸ਼ਨਾ ਹੈ ਇਹ ਵੀ ਖਤਮ ਹੋ ਜਾਂਦੀ ਹੈ ਜੀ। ਅਬ ਮੈਂ ਸਹਿਜ ਸਮਾਨੀ, ਤੇ ਸਹਿਜ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸਹਿਜ ਅਵਸਥਾ ਦੇ ਵਿੱਚ ਸਮਾਏ ਰਹਿਦਾ ਹੈ ਜੀ। ਮੀਠੀ ਬਿਰਹਿ ਕਹਾਣੀ, ਫਿਰ ਗੁਰੂ ਦੀਆਂ ਜਿਹੜੀਆਂ ਕਥਾ ਨੇ ਨਾ ਇਹ ਬੜੀਆਂ ਮਿੱਠੀਆਂ ਲੱਗਦੀਆਂ ਨੇ, ਇਹ ਬੜੀਆਂ ਸਵਾਦਲੀਆਂ ਲੱਗਦੀਆਂ ਨੇ। ਇਹ ਪ੍ਰਾਪਤੀ ਵਾਲੇ ਦੀਆਂ ਨਿਸ਼ਾਨੀਆਂ ਨੇ। ਜਦੋਂ ਵਾਹਿਗੁਰੂ ਕਿਰਪਾ ਕਰਦਾ ਅੰਦਰ ਪ੍ਰਗਟ ਹੋ ਜਾਂਦਾ ਹੈ ਫਿਰ ਸੁੱਖ ਦੀ ਨੀਂਦ ਆਉਂਦੀ ਹੈ। ਅੰਦਰ ਤ੍ਰਿਸ਼ਨਾ ਕਿਸੇ ਪਦਾਰਥ ਦੀ ਕੋਈ ਨਹੀਂ ਰਹਿੰਦੀ। ਗਿਆਨ ਵਾਲੀ ਅਵਸਥਾ ਦਾ ਮਾਲਕ ਬਣ ਜਾਂਦਾ ਹੈ। ਗਿਆਨ ਵਾਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਤੇ ਧੰਨ ਗੁਰੂ ਮਹਾਰਾਜ ਜੀ ਦੀ ਬਾਣੀ ਪੜ੍ਹਨ ਨੂੰ ਸੁਣਨ ਨੂੰ ਚੰਗੀ ਲੱਗਦੀ ਹੈ, ਮਿੱਠੀ ਲੱਗਦੀ ਹੈ। ਗੁਰੂ ਘਰ ਦੀਆਂ ਗੱਲਾਂ, ਗੁਰੂ ਮਹਾਰਾਜ ਜੀ ਦੀ ਕਥਾ ਇਹ
ਮਿੱਠੀਆਂ ਲੱਗਦੀਆਂ ਹਨ ਜੀ। ਮੋਹਣ ਲਾਲਣ ਪਾਇਓ ਰੀ। ਇਸ ਤਰ੍ਹਾਂ ਉਸ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਦੀ ਪ੍ਰਾਪਤੀ ਹੈ ਨਾ ਜਿਹੜੀ, ਉਹਦਾ ਇਹ ਥਰਮਾਮੀਟਰ ਹੈ। ਮੋਹਨ ਲਾਲਣ ਪਾਇਓ ਰੀ, ਇਹਨਾਂ ਨੇ ਉਸ ਪ੍ਰਭੂ ਪਰਮਾਤਮਾ ਨੂੰ ਪਾ ਲਿਆ। ਇਹਦਾ ਅਰਥ ਇਹ ਹੈ ਵੀ ਜੋ ਪਿੱਛੇ ਗੁਰੂ ਮਹਾਰਾਜ ਜੀ ਨੇ ਸਾਨੂੰ ਦੱਸਿਆ ਨਾ, ਨਿਸ਼ਾਨੀਆਂ ਦੱਸੀਆਂ ਨੇ, ਥਰਮਾਮੀਟਰ ਦੱਸਿਆ ਵੀ ਇਹਦੇ ਨਾਲ ਪਤਾ ਲੱਗ ਜਾਏਗਾ ਇਸ ਨੇ ਉਸ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਰਾਹੋ ਦੂਜਾ, ਇਸ ਪਾਵਨ ਸ਼ਬਦ ਦੇ ਅੰਦਰ ਦੋ ਰਾਹ ਆਏ ਹਨ। ਇਸ ਤੋਂ ਅੱਗੇ ਸ਼ਬਦ ਪ੍ਰਾਰੰਭ ਹੁੰਦਾ ਹੈ ਜੀ। ਬਿਲਾਵਲ ਮਹੱਲਾ ਪੰਜਵਾ, ਮੋਰੀ ਅਹੰ ਜਾਏ। ਇਸ ਪਾਵਨ ਸ਼ਬਦ ਦੇ ਅੰਦਰ ਵੀ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਇਹ ਵੀ ਪ੍ਰਾਪਤੀ ਵਾਲਾ ਸ਼ਬਦ ਹੈ। ਮੋਰੀ ਅਹੰ ਜਾਏ, ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਸਾਡਾ ਹੰਕਾਰ ਹੈ ਜਿਹੜਾ ਇਹ ਚਲਾ ਜਾਵੇ ਜੀ। ਦਰਸ਼ਨ ਪਾਵਤ ਹੈ। ਉਸ ਪ੍ਰਭੂ ਪਰਮਾਤਮਾ ਦੇ ਦਰਸ਼ਨ ਜਿਹੜੇ ਉਹ ਅਸੀਂ ਪ੍ਰਾਪਤ ਕਰ ਲਈਏ, ਜਾਂ ਦਰਸ਼ਨ ਪਾਵਤ ਹੈ, ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਦੇ ਦਰਸ਼ਨ ਪ੍ਰਾਪਤ ਕਰ ਲਏ ਨੇ, ਉਹਦੇ ਦਰਸ਼ਨਾਂ ਦੇ ਨਾਲ ਮਨੁੱਖ ਦੇ ਅੰਦਰ ਫਿਰ ਜਿਹੜਾ ਹੰਕਾਰ ਹੈ ਇਹ ਨਹੀਂ ਰਹਿੰਦਾ ਹੈ ਜੀ। ਰਾਜਹਾ ਨਾਥ ਹੀ ਸਹਾਈ ਸੰਤਨਾ। ਹੁਣ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਫਿਰ ਉਹ ਰਾਜਮੇ 'ਚ ਜਾਂਦਾ ਹੈ ਆਪਣੇ ਪ੍ਰਭੂ ਪਰਮਾਤਮਾ ਦੇ ਨਾਲ ਸਹਾਈ ਸੰਤਨਾ। ਤੇ ਇਸ ਦੇ ਲਈ ਜਿਹੜੇ ਸਹਾਈ ਨੇ ਨਾ, ਸੰਤਨਾ, ਸੰਤ ਦਾ ਬਹੁਵਚਨ ਸੰਤਨਾ ਹੈ। ਤੇ ਜਦੋਂ ਬਹੁਵਚਨ ਚਾਜੇ ਫਿਰ ਇਹਦਾ ਅਰਥ ਸੰਗਤ ਕਰ ਲੈਂਦੇ ਹਾਂ ਆਪਾਂ। ਸਹਾਈ ਜਿਹੜੀ ਉਹ ਸੰਗਤ ਹੈ। ਰਾਜੋ ਨਾਥ ਹੀ ਸਹਾਈ ਸੰਤਨਾ, ਜਿਹੜੇ ਸੰਗਤ ਦੇ ਵਿੱਚ ਗੁਰੂ ਸਵਾਰੇ ਆਏ ਨੇ ਉਹ ਇਸ ਗੱਲ ਦੇ ਲਈ ਸਹਾਇਤਾ ਕਰਦੇ ਨੇ ਕਿ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਉਹਦੇ ਨਾਲ ਹੰਕਾਰ ਚਲਾ ਜਾਂਦਾ ਹੈ ਤੇ ਪਰਮਾਤਮਾ ਦੇ ਗਿਆਨ ਦੇ ਵਿੱਚ ਰਚ ਮਿਚ ਜਾਈਦਾ ਹੈ ਜੀ। ਅਬ ਚਰਨ ਗਹੇ। ਹੁਣ ਅਸੀਂ ਚਰਨ ਪਕੜਦੇ ਨੇ। ਜਦੋਂ ਪ੍ਰਾਪਤੀ ਹੋ ਗਈ ਹੈ, ਹੰਕਾਰ ਦਾ ਨਾਸ ਹੋ ਗਿਆ, ਹੁਣ ਛੱਡਣਾ ਨਹੀਂ। ਅਬ ਚਰਨ ਕਹੇ ਭਾਵ ਉਸ ਪਰਮਾਤਮਾ ਵਾਹਿਗੁਰੂ ਦਾ ਜਿਹੜਾ ਸਿਮਰਨ ਹੈ ਨਾ ਉਹ ਨਹੀਂ ਛੱਡਣਾ। ਜਿਹੜੇ ਸਿਮਰਨ ਦੇ ਨਾਲ ਉਸ ਦੀ ਪ੍ਰਾਪਤੀ ਹੋਈ ਹੈ, ਜਿਸ ਤਰ੍ਹਾਂ ਜੀਵਨ ਜਿਉਂਦੇ ਆ ਉਸ ਦੀ ਪ੍ਰਾਪਤੀ ਹੋਈ ਹੈ, ਉਹਨੂੰ ਛੱਡਣਾ ਨਹੀਂ ਹੈ ਜੀ। ਰਹਾਉ ਆਹੇ ਮਨ ਅਵਰ ਨ ਭਾਵੈ। ਚਰਨਾਵੈ ਚਰਨਾਵੈ ਉਲਝੋ ਅਲਮ ਕਰੰਦ ਕਮਲ ਜੋ। ਅੱਗੇ ਵਿਸ਼ਰਾਮ ਲਾ ਕੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਆਹੇ ਮਨ ਅਵਰ ਨ ਭਾਵੇ, ਇਹ ਵੀ ਇੱਕ ਨਿਸ਼ਾਨੀ। ਹੁਣ ਮਨ ਕੁਝ ਹੋਰ ਚੰਗਾ ਹੀ ਨਹੀਂ ਲੱਗਦਾ। ਚਰਨਾਵੇ ਚਰਨਾਵੇ, ਬਸ ਗੁਰੂ ਦੇ ਚਰਨ ਜਿਹੜੇ ਨੇ ਨਾ ਉਹ ਹੀ ਚੰਗੇ ਲੱਗਦੇ ਨੇ। ਚਰਨਾਵੇ ਚਰਨਾਵੇ ਦਾ ਅਰਥ ਇਹ ਹੈ ਕਿ ਬਸ ਮਨ ਕਹਿੰਦਾ ਮੈਨੂੰ ਗੁਰੂ ਦੇ ਚਰਨਾਂ ਦੇ ਨਾਲ ਹੀ ਜੁੜਿਆ ਰਹਿਣ ਦੇ, ਮੈਨੂੰ ਗੁਰੂ ਦੇ ਚਰਨਾਂ ਦੇ ਨਾਲ ਹੀ ਜੁੜਿਆ ਰਹਿਣ ਦੇ। ਜਿਵੇਂ ਕੋਈ ਬੰਦਾ ਹੈ ਉਹ ਜ਼ਿਆਦੀ ਭੁੱਖ ਜੀ ਵਿਖਾਵੇ ਨਾ, ਤੇ ਆਪਾਂ ਕਹਿ ਦਿੰਦੇ ਜਦੋਂ ਵੀ ਆਪਾਂ ਇਹਦੇ ਨਾਲ ਗੱਲ ਕਰਦੇ ਹਾਂ ਨਾ, ਇਹ ਭੁੱਖ ਹੀ ਆਖੀ ਜਾਂਦਾ, ਭੁੱਖ ਹੀ ਵਿਖਾਈ ਜਾਂਦਾ। ਬਸ ਉਸੇ ਤਰ੍ਹਾਂ ਹੁਣ ਮਨ ਜਿਹੜਾ ਨਾ ਇਹ ਵੀ ਭੁੱਖਾ ਹੋ ਗਿਆ ਤੇ ਇਹੀ ਭੁੱਖ ਵਿਖਾਉਂਦਾ ਹੈ ਵੀ ਗੁਰੂ ਮਹਾਰਾਜ ਜੀ ਦੇ ਜਿਹੜੇ ਚਰਨ ਨੇ, ਬਸ ਮੈਨੂੰ ਗੁਰੂ ਦੇ ਚਰਨਾਂ ਦੇ ਨਾਲ ਹੀ ਜੁੜਿਆ ਰਹਿਣ ਦੇ। ਤੇ ਜੁੜਿਆ ਕਿਵੇਂ ਰਹਿਣ ਦੇ? ਉਲਝਿਓ ਆਲ ਮਕਰੰਦ ਕਮਲ ਜੋ। ਆਲ ਕਹਿੰਦੇ ਨੇ ਭਵਰੇ ਨੂੰ। ਭਵਰਾ ਜਿਹੜਾ ਇਹ ਉਲਝ ਜਾਂਦਾ ਹੈ ਕਾਹਦੇ 'ਚ? ਕਮਲ ਦੀ ਸੁਗੰਧੀ ਦੇ ਵਿੱਚ। ਇਸ ਤਰ੍ਹਾਂ ਮੰਨਿਆ ਗਿਆ ਕਿ ਜਦੋਂ ਸੂਰਜ ਨਿਕਲਦਾ ਹੈ ਕਮਲ ਖਿੜ ਪੈਂਦਾ ਹੈ, ਤੇ ਭਵਰਾ ਜਿਹੜਾ ਇਹ ਸੁਗੰਧੀ ਮਾਣਦਾ ਇਸ ਕਮਲ ਦੇ ਫੁੱਲ ਦੇ ਵਿੱਚ ਬੈਠ ਜਾਂਦਾ ਹੈ। ਜਦੋਂ ਸ਼ਾਮ ਹੋ ਜਾਂਦੀ ਹੈ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਸ਼ਾਮ ਹੋ ਗਈ ਹੈ, ਤੇ ਕਮਲ ਦਾ ਫੁੱਲ ਹੈ ਜਿਹੜਾ ਇਹ ਸ਼ਾਮ ਹੋਣ ਤੋਂ ਬੰਦ ਹੋ ਜਾਂਦਾ ਹੈ, ਭਵਰਾ ਵਿੱਚ ਹੀ ਕੁੱਟਿਆ ਜਾਂਦਾ ਹੈ। ਅਗਲੇ ਦਿਨ ਫਿਰ ਇਹ ਕਮਲ ਦੇ ਫੁੱਲ ਨੇ ਜਿਹੜੇ ਸਵੇਰੇ ਸਾਂਝਰੇ ਤੋੜੇ ਜਾਂਦੇ ਨੇ, ਸੂਰਜ ਚੜ੍ਹਨ ਤੋਂ ਪਹਿਲਾਂ ਵੀ ਨਵੇਂ ਹੋਰ ਨਿਕਲ ਆਉਣ। ਇਹਨਾਂ ਦਾ ਤੇਲ ਕੱਢ ਕੇ ਫਿਰ ਸੁਗੰਧੀ ਵਾਲੇ ਤੇਲ ਨੇ ਜਿਹੜੇ ਉਹ ਬਣਾਏ ਜਾਂਦੇ ਨੇ। ਹੁਣ ਮਨ ਜਿਹੜਾ ਇਹ ਭਵਰੇ ਦੀ ਤਰ੍ਹਾਂ ਇਸ ਤਰ੍ਹਾਂ ਉਲਝਿਆ, ਇਹਨੂੰ ਮਨ ਨੂੰ ਸੋਝੀ ਨਹੀਂ, ਇਹ ਗੁਰੂ ਦੇ ਚਰਨਾਂ ਦੀ ਸੁਗੰਧੀ ਦੇ ਵਿੱਚ ਹੀ ਲੱਗਿਆ। ਇਹਨੂੰ ਇਸ ਤਰ੍ਹਾਂ ਸਮਝ ਲਈ। ਆਹੇ ਮਨ ਅਵਰ ਨਾ ਭਾਵੇ, ਮਨ ਨੂੰ ਹੁਣ ਗੁਰੂ ਦੇ ਚਰਨਾਂ ਤੋਂ ਬਿਨਾਂ ਕੁਝ ਚੰਗਾ ਹੀ ਨਹੀਂ ਲੱਗਦਾ। ਜਦੋਂ ਵੀ ਕੋਈ ਗੱਲ ਕਰਦੇ ਆ ਉਦੋਂ ਹੀ ਕਹਿੰਦਾ ਮੈਨੂੰ ਗੁਰੂ ਦੇ ਚਰਨਾਂ 'ਚ ਲੈ ਜਾਵੋ, ਮੈਨੂੰ ਗੁਰੂ ਦੇ ਚਰਨਾਂ ਨਾਲ ਜੁੜੇ ਰਹਿਣ ਦੇ। ਮਨ ਗੁਰੂ ਦੇ ਚਰਨਾਂ ਦੇ ਨਾਲ ਇਸ ਤਰ੍ਹਾਂ ਜੁੜ ਗਏ ਜਿਵੇਂ ਭਵਰਾ ਕਮਲ ਦੇ ਵਿੱਚ ਉਲਝ ਜਾਂਦਾ ਹੈ ਜੀ। ਆਨ ਰਸ ਨਹੀਂ ਚਾਹੈ ਏਕ ਹਰ ਲਾਹੈ। ਇਹਨੂੰ ਹੋਰ
ਸਵਾਦ ਹੋਣਾ ਚਾਹੀਦਾ ਹੀ ਨਹੀਂ। ਸਵਾਦ ਨੇ ਖਾਣ ਦਾ ਹੈ, ਸੁਣਨ ਦਾ ਹੈ, ਵੇਖਣ ਦਾ ਹੈ, ਬੋਲਣ ਦਾ ਹੈ, ਪੀਣ ਦਾ ਹੈ। ਇਸ ਮਨ ਨੂੰ ਹੁਣ ਹੋਰ ਕੋਈ ਸਵਾਦ ਹੈ ਜਿਹੜਾ ਉਹ ਚੰਗਾ ਹੀ ਨਹੀਂ ਲੱਗਦਾ। ਹਰ ਲਾਹਾ ਇੱਕੋ ਹੀ ਲਾਹਾ ਹੈ ਇਸ ਨੂੰ ਵੀ ਮੈਂ ਆਹੀ ਲਾਹਾ ਕੱਟ ਲਾਂ, ਤੇ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੇ ਲਾਹੇ ਦੇ ਨਾਲ ਜੁੜ ਗਿਆ ਹੈ ਜੀ। ਅਨ ਤੇ ਟੂਟੀ ਹੈ, ਰਿਖ ਤੇ ਛੂਟੀ ਹੈ। ਅੱਗੇ ਧੰਨ ਗੁਰੂ ਮਹਾਰਾਜ ਜੀ ਦੂਸਰੀ ਪੌੜੀ ਦੇ ਵਿੱਚ ਗਿਆਨ ਦਿੰਦੇ ਨੇ, ਅਣ ਤੇ ਟੂਟੀਏ, ਬਾਕੀ ਸਾਰਿਆਂ ਦੇ ਨਾਲੋਂ ਟੁੱਟਣਾ ਪਏਗਾ। ਪਰਿਵਾਰ ਦੇ ਨਾਲੋਂ, ਸਾਥ ਸੰਬੰਧੀਆਂ ਦੇ ਨਾਲੋਂ, ਕਾਰੋਬਾਰ ਦੇ ਨਾਲੋਂ, ਸਾਰਿਆਂ ਦੇ ਨਾਲੋਂ ਟੁੱਟਣਾ ਪਏਗਾ। ਰਿਖ ਤੇ ਛੂਟੀਏ, ਰਿਖ ਕਹਿੰਦੇ ਨੇ ਇੰਦਰੀਆਂ ਨੂੰ, ਇੰਦਰੀਆਂ ਤੋਂ ਵੀ ਛੁੱਟ ਜਾਣਾ ਪਏਗਾ। ਇੰਦਰੀ ਨੇ ਜਿਹੜੇ ਅੱਖਾਂ ਸਾਨੂੰ ਪ੍ਰਭਾਵਿਤ ਕਰਦੀਆਂ ਨੇ ਹੋਰ ਵੇਖਣ ਦੇ ਲਈ, ਇਹ ਜ਼ੋਰ ਪਾਉਂਦੀਆਂ ਨੇ, ਤੇ ਕੰਨ ਨੇ ਜਿਹੜੇ ਇਹ ਸੁਣਨ ਵਾਲੇ ਪਾਸੇ ਸਾਨੂੰ ਮੋਹਿਤ ਕਰ ਲੈਂਦੇ ਨੇ, ਇੱਧਰ ਰਹਿ ਜਾਂਦੇ ਨੇ। ਇਸ ਤਰ੍ਹਾਂ ਜਿਹੜੇ ਇੰਦਰੀਆਂ ਦੇ ਇਹ ਵਕਾਰ ਨੇ, ਇਹਨਾਂ ਤੋਂ ਵੀ ਅਸੀਂ ਛੁੱਟ ਜਾਈਏ। ਅਣ ਤੇ ਟੁੱਟੀਏ, ਰਿਖ ਤੇ ਛੁੱਟੀਏ, ਬਾਕੀ ਸਾਰਿਆਂ ਦੇ ਨਾਲੋਂ ਟੁੱਟ ਜਾਵੇ, ਤੇ ਇੰਦਰੀਆਂ ਤੋਂ ਆਪਣਾ ਖਹਿੜਾ ਜਿਹੜਾ ਵਕਾਰਾਂ ਬੁਰਾਈਆਂ ਵਾਲਾ ਇਹ ਵੀ ਛਡਾ ਲਵੇ ਜੀ। ਮਨ ਹਰ ਰਸ ਘੂਟੀ ਹੈ, ਸੰਗ ਸਾਧੂ ਉਲਟੀ ਹੈ। ਤੇ ਮਨ ਨਾ ਜਿਹੜਾ ਇਹ ਪ੍ਰਭੂ ਪਰਮਾਤਮਾ ਦੇ ਨਾਮ ਰਸ ਦੇ ਵਿੱਚ ਘੂਟੀਏ ਦਾ ਅਰਥ ਘੁੱਟਾਂ ਭਰਨਾ ਕਰੀਏ। ਮਨ ਜਿਹੜਾ ਇਹ ਹੁਣ ਪਰਮਾਤਮਾ ਦੇ ਨਾਮ ਰਸ ਦੀਆਂ ਘੁੱਟਾਂ ਭਰੇ, ਸੰਗ ਸਾਧੂ ਉਲਟੀਏ, ਇਹ ਮਨੁੱਖ ਦੇ ਅੰਦਰ ਉਲਟ ਹੋ ਜਾਂਦਾ, ਬਦਲਾਅ ਹੋ ਜਾਂਦਾ। ਤਾਂ ਹੀ ਤਾਂ ਗੁਰਬਾਣੀ ਦੇ ਅੰਦਰ ਫਰਮਾਨ ਹੁੰਦਾ ਹੈ, ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਇੱਕ ਭਗਤ ਇੱਕ ਸੰਸਾਰੀ, ਇਹਨਾਂ ਦੀ ਆਪਸ ਵਿੱਚ ਨਹੀਂ ਬਣੇਗੀ। ਕਿਉਂ ਨਹੀਂ ਬਣੇਗੀ? ਸੰਸਾਰੀ ਨੇ ਸੰਸਾਰਿਕ ਗੱਲਾਂ ਕਰਨੀਆਂ ਨੇ, ਭਗਤ ਨੇ ਰੱਬ ਦੀਆਂ ਕਥਾ ਕਹਾਣੀਆਂ ਕਰਨੀਆਂ ਨੇ। ਹੁਣ ਇਹਨਾਂ ਦੀਆਂ ਗੱਲਾਂ ਇੱਕ ਦੂਜੇ ਦੇ ਨਾਲ ਮੇਲ ਨਹੀਂ ਖਾਂਦੀਆਂ। ਮਨ ਹਰ ਰਸ ਘੋਟੀਏ, ਮਨ ਜਿਹੜਾ ਪ੍ਰਭੂ ਪਰਮਾਤਮਾ ਦੇ ਪ੍ਰੇਮ ਰਸ ਦੀਆਂ ਘੋਟਾਂ ਭਰੇ, ਤੇ ਅੰਦਰ ਜਿਹੜਾ ਇਹ ਸਾਧੂ ਦੀ ਸੰਗਤ ਕਰਕੇ, ਗੁਰੂ ਦੀ ਸੰਗਤ ਕਰਕੇ ਪਰਿਵਰਤਿਤ ਹੋ ਜਾਵੇ, ਬਦਲ ਜਾਵੇ, ਨਾਮ ਰਸ ਬੰਦਗੀ ਸਿਮਰਨ ਵਾਲੇ ਪਾਸੇ ਲੱਗ ਜਾਵੇ ਜੀ। ਅਨ ਨਾਹੀ ਨਾਹੀ ਰੇ, ਉਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ ਜੀ। ਨਾਨਕ ਪ੍ਰੀਤ ਚਰਨ ਚਰਨ ਹੈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਇਹ ਪ੍ਰੀਤ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਦੀ, ਤੇ ਇਹ ਸੱਚੇ ਸਤਿਗੁਰ ਇਹ ਪ੍ਰੀਤ ਜਿਹੜੀ ਇਹ ਲੱਗੀ ਰਵੇ। ਸੱਚੇ ਸਤਿਗੁਰ ਕਿਰਪਾ ਕਰਨ, ਰਹਿਮਤ ਕਰਨ। ਜੋ ਧੰਨ ਗੁਰੂ ਮਹਾਰਾਜ ਜੀ ਨੇ ਵਿਰਾਗਮਈ ਪਾਵਨ ਸ਼ਬਦ ਸਾਨੂੰ ਗਿਆਨ ਸੋਝੀ ਬਖਸ਼ੀਏ, ਪ੍ਰਭੂ ਪਰਮਾਤਮਾ ਦੇ ਮਿਲਣ ਦੇ ਸਾਧਨ ਦੱਸੇ ਨੇ, ਸਾਡੇ ਅੰਦਰ ਰਹਿਮਤ ਕਿਰਪਾ ਹੋ ਜਾਵੇ। ਅਸੀਂ ਇਸ ਮਾਰਗ ਤੇ ਤੁਰ ਕੇ ਸੰਤ ਕਾ ਮਾਰਗ ਧਰਮ ਕੀ ਪੌੜੀ, ਗੁਰੂ ਦਾ ਜਿਹੜਾ ਰਸਤਾ ਮਾਰਗ ਹੈ, ਧਰਮ ਦੀਆਂ ਪੌੜੀਆਂ ਨੇ, ਇਹਨਾਂ ਤੇ ਅਸੀਂ ਚੜ੍ਹ ਕੇ ਤੇ ਅਧਿਆਤਮਕ ਦੀ ਦੁਨੀਆ ਦੇ ਵਿੱਚ ਆਪਣਾ ਜੀਵਨ ਬਸਰ ਕਰੀਏ। ਦੇਹੋ ਸੱਜਣ ਆਸੀਸ ਚੜੀਆ, ਜੋ ਹੋਵੇ ਸਹਿਬ ਸਿਉ ਮੇਲ। ਅਨ ਤੇ